ਪਹਿਲਾਂ ਠੀਕ ਸੀਗਾ, ਮੈਂ 2.5 ਸਾਲ ਤੱਕ ਜਿੱਦਾਂ ਤੁਰਦਾ ਫਿਰਦਾ ਸੀਗਾ। ਉਸ ਤੋਂ ਬਾਅਦ ਇੱਕ ਡਾਕਟਰ ਨੇ ਜਿੱਦਾਂ ਕਹਿ ਲਓ ਗਲਤ ਇੰਜੈਕਸ਼ਨ ਲੱਗ ਗਿਆ। ਉਸ ਤੋਂ ਬਾਅਦ ਬੁਖਾਰ ਚੜਿਆ ਮੈਨੂੰ। ਫਿਰ ਉਸ ਤੋਂ ਬਾਅਦ ਜਿੱਦਾਂ ਮੇਰਾ ਪੂਰਾ ਸਰੀਰ ਡੈਡ ਹੋ ਗਿਆ ਸੀਗਾ, ਬੋਲਣੋਂ ਵੀ ਮੈਂ ਰਹਿ ਗਿਆ ਸੀਗਾ। ਹੌਲੀ ਹੌਲੀ ਕਰਕੇ ਮੇਰੇ ਬ੍ਰਦਰ ਨੇ ਮੇਰੀ ਹੈਲਪ ਕੀਤੀ। ਉਹਨਾਂ ਨੇ ਮੈਨੂੰ ਇਹ ਆਪਣੀ ਜਗ੍ਹਾ ਲੈ ਕੇ ਦਿੱਤੀ, ਫਿਰ ਜਿਮ ਪਾ ਕੇ ਦਿੱਤਾ, ਮਸ਼ੀਨਾਂ ਲੈ ਕੇ ਦਿੱਤੀਆਂ ਮੇਰੇ ਫਾਦਰ ਸਾਹਿਬ ਨੇ। ਤੇ ਉਸ ਤੋਂ ਬਾਅਦ ਫਿਰ ਮੈਂ ਹੌਲੀ ਹੌਲੀ 2017 ਦੇ ਵਿੱਚ ਆਪਣਾ ਜਿਮ ਕੰਪਲੀਟ ਕੀਤਾ। ਜਾਣੀ ਕਿ ਇਸ ਟਾਈਮ ਮੇਰੇ ਲੱਕ ਤੋਂ ਥੱਲੇ ਸਰੀਰ ਡੈਡ ਹੈ, ਲੱਤਾਂ ਵਗੈਰਾ। ਉੱਪਰਲੀ ਬੋਡੀ ਮੇਰੀ ਵਰਕ ਕਰਦੀ। ਮਾਂ ਪਿਓ ਨੂੰ ਪਤਾ ਹੀ ਨਹੀਂ ਲੱਗਿਆ ਵੀ ਇੰਜੈਕਸ਼ਨ ਗਲਤ ਲੱਗਾ ਜਾਂ ਕੁਝ ਵੀ ਵਗੈਰਾ। ਉਹ ਤਾਂ ਬਸ ਇਸੇ ਦੌੜ 'ਚ ਲੱਗੇ ਰਹੇ ਕਿ ਸਾਡਾ ਬੱਚਾ ਜਿੱਦਾਂ ਖੇਡਦਾ ਸੀਗਾ ਉਸੇ ਟਾਈਮ ਦੁਬਾਰਾ ਫਿਰ ਉਸੇ ਤਰ੍ਹਾਂ ਦਾ ਹੋ ਜਾਵੇ। ਜਿੱਥੇ ਪਹਿਲਾਂ ਲਾਉਂਦੇ ਰਹੇ ਉਹਨਾਂ ਨੇ ਯੂਜ਼ ਕਰਵਾਇਆ, ਸਾਨੂੰ ਪਤਾ ਨਹੀਂ ਸੀ ਕੀ ਚੀਜ਼ ਹੈ ਇਹ। ਉਸ ਤੋਂ ਬਾਅਦ ਮੇਰੀਆਂ ਹੱਡੀਆਂ ਦਰਦ ਕਰਨ ਲੱਗ ਪਈਆਂ, ਜਿੱਦਾਂ ਮੇਰੀ ਵੀਕ ਪਹਿਲੇ ਹੀ ਸੀਗੀ ਬੈਕਬੋਨ, ਤਾਂ ਕਰਕੇ ਫਿਰ ਮੈਂ ਜਦੋਂ ਪਤਾ ਕਰਾਇਆ ਉਹ ਕਹਿੰਦੇ ਤੈਨੂੰ ਸਟੀਰੋਇਡ ਦਿੱਤੇ ਹੋਏ ਆ। ਤੇ ਉਸ ਤੋਂ ਬਾਅਦ ਜਾਣੀ ਕਿ ਅੱਜ 8 ਸਾਲ ਹੋ ਗਏ ਮੈਂ ਯੂਜ਼ ਨਹੀਂ ਕੀਤਾ ਇੱਦਾਂ ਦਾ ਕੁਛ। ਤੁਸੀਂ ਦੇਖੋ ਹੁਣ ਸਤਨਾਮ ਖੱਟੜੇ ਦੇ ਨਾਲ ਲੱਗ ਰਿਹਾ ਵੀ ਸਟੀਰੋਇਡ ਯੂਜ਼ ਕਰਦਾ ਸੀ ਜਾਂ ਕਿੱਦਾਂ। ਅੱਜ ਉਹਦੀ 31 ਸਾਲ ਦੀ ਉਮਰ ਸੀਗੀ ਤੇ ਤੁਸੀਂ ਦੇਖ ਰਹੇ ਹੋ ਉਸਨੇ ਵੀ 13-14 ਸਾਲ ਆਈ ਥਿੰਕ ਲਗਾਏ ਹੋਏ ਆ ਆਪਣੀ ਬੋਡੀ ਦੇ ਉੱਪਰ। ਤੇ ਜੇ ਉਹ ਸਟੀਰੋਇਡ ਲੈ ਰਿਹਾ ਸੀ, ਉਹ ਮਤਲਬ ਇਸੇ ਟਾਈਮ ਥੋੜੀ ਲਿਆ ਉਹਨੇ, ਉਹ ਪਹਿਲਾਂ ਵੀ ਲੈ ਰਿਹਾ ਸੀਗਾ। ਜੇ ਲੈਂਦਾ ਸੀ ਤਾਂ ਉਹ ਪਹਿਲਾਂ ਵੀ ਲੈ ਰਿਹਾ ਸੀ, ਉਸ ਟਾਈਮ ਨਹੀਂ ਹੋਇਆ। ਉਹ ਤਾਂ ਬਸ ਉਸ ਨੂੰ ਅਟੈਕ ਆਇਆ। ਅਟੈਕ ਮਤਲਬ ਕਿਸੇ ਵੀ ਬੰਦੇ ਨੂੰ ਇਸ ਟਾਈਮ ਆ ਸਕਦਾ ਕੋਈ। ਜੋ ਇਹ ਜ਼ਰੂਰੀ ਨਹੀਂ ਵੀ ਜਿਮ ਦੇ ਨਾਲ ਰਿਲੇਟਡ ਆ ਤਾਂ ਤੁਸੀਂ ਉਸ ਦਾ ਸਟੀਰੋਇਡ ਨਾਲ ਜੋੜ ਦਿਓ ਉਹਨੂੰ ਵੀ ਸਟੀਰੋਇਡ ਨਾਲ ਹੀ ਹੋਇਆ। ਪਹਿਲਾਂ ਮੈਨੂੰ ਸੀਗਾ ਵੀ ਮੈਂ ਵੀ ਤੁਰੂੰਗਾ, ਮੈਂ ਵੀ ਬਾਕੀਆਂ ਦੀ ਤਰ੍ਹਾਂ ਖੇਡੂੰਗਾ, ਖੜੂੰਗਾ, ਸਾਰਾ ਕੁਝ ਬਾਕੀਆਂ ਦੀ ਤਰ੍ਹਾਂ ਕਰੂੰਗਾ। ਬਟ ਹੌਲੀ ਹੌਲੀ ਜਿੱਦਾਂ ਮਨ ਨੂੰ ਤਸੱਲੀ ਜੀ ਹੋ ਗਈ ਵੀ ਨਹੀਂ ਹੁਣ ਨਹੀਂ ਹੋਣਾ, ਹੁਣ ਏਜ ਵੀ ਕਾਫੀ ਹੋ ਗਈ ਹੈ ਤੇ ਹੁਣ ਮੈਂ ਪਹਿਲਾਂ ਦੀ ਤਰ੍ਹਾਂ ਨਹੀਂ ਹੋ ਸਕਦਾ। ਪਹਿਲੀ ਗੱਲ ਤਾਂ ਇਹੀ ਆ ਵੀ ਜਦੋਂ ਉੱਠਣਾ, ਆਪਣੇ ਆਪ ਨੂੰ ਤਿਆਰ ਕਰਨਾ, ਉਹਨੂੰ ਵੀ ਮੈਨੂੰ ਅੱਧਾ ਘੰਟਾ ਲੱਗ ਜਾਂਦਾ। ਜਿੱਦਾਂ ਬਾਕੀ ਬੱਚਿਆਂ ਦੀ ਤਰ੍ਹਾਂ ਜਾਂ ਬਾਕੀ ਲੜਕਿਆਂ ਦੀ ਤਰ੍ਹਾਂ ਮੈਂ ਇਹ ਨਹੀਂ ਵੀ ਸਿੱਧਾ ਉੱਠ ਕੇ ਸਿੱਧਾ ਹੀ ਆ ਗਿਆ, ਬਾਈਕ ਚੱਕੀ ਇੱਧਰ ਆ ਗਿਆ। ਪਹਿਲਾਂ ਮੈਨੂੰ ਆਪਣੀ ਲੱਤਾਂ 'ਚ ਉਹ ਪਾਉਣੇ ਪੈਂਦੇ ਆ, ਸ਼ੂਜ਼ ਪਾਉਣੇ ਪੈਂਦੇ ਆ, ਫਿਰ ਤਿਆਰ ਹੋਣਾ ਪੈਂਦਾ। ਮੇਰੀ ਭੈਣ ਆ, ਮੇਰੀ ਹੈਲਪ ਕਰਦੀ ਹੈ ਮੈਨੂੰ ਰੈਡੀ ਕਰਾਉਣ 'ਚ। ਕੀ ਹੋਣਾ ਸੀ ਮਾਹੀ ਜੇ ਪੋਲੀਓ ਨਾ ਹੁੰਦਾ ਤੇ ਮਾਹੀ ਕੀ ਬਣਨਾ ਚਾਹੁੰਦਾ ਸੀ? ਮੈਂ ਇੱਕ ਪ੍ਰੋਫੈਸ਼ਨਲ ਬੋਡੀ ਬਿਲਡਰ ਬਣਨਾ ਚਾਹੁੰਦਾ ਸੀਗਾ। ਉਹ ਤਾਂ ਹੁਣ ਵੀ ਹੈਗੇ। ਹੁਣ ਜਿੱਦਾਂ ਮੈਂ ਪ੍ਰੋਪਰ ਨਹੀਂ ਐਕਸਰਸਾਈਜ਼ ਲਗਾ ਰਿਹਾ, ਮੈਂ ਖੜ ਕੇ ਨਹੀਂ ਲਗਾ ਰਿਹਾ, ਕੋਈ ਵੀ ਐਕਸਰਸਾਈਜ਼ ਤਾਂ ਮੇਰੇ ਕੋਲ ਪ੍ਰੋਪਰ ਨਹੀਂ ਲੱਗਦੀ। ਬੈਠ ਕੇ ਤੁਸੀਂ ਨਹੀਂ ਲਗਾ ਸਕਦੇ, ਤਾਂ ਪ੍ਰੋਪਰ ਨਹੀਂ ਲਗਾ ਸਕਦੇ, ਕੋਈ weight ਨਹੀਂ ਜ਼ਿਆਦਾ ਚੱਕ ਸਕਦੇ ਬੈਠ ਕੇ। ਮੁਸ਼ਕਲਾਂ ਤਾਂ ਬੜੀਆਂ ਆਈਆਂ ਜ਼ਿੰਦਗੀ ਵਿੱਚ, ਪਰ ਸਿੱਖਿਆ ਕਦੇ ਰੁਕਣਾ ਨਹੀਂ। ਤੂੰ ਲਾ ਲੈ ਕਿਸਮਤੇ ਜਿੰਨਾ ਜ਼ੋਰ ਲਾਣਾ, ਸਾਡੀ ਜ਼ਿੱਦ ਹੈ ਅਸੀਂ ਚੁੱਕਣਾ ਨਹੀਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਸੁਮਨ ਜੇਟਲੀ। ਫਿਟਨੈਸ ਇੰਡਸਟਰੀ ਦੇ ਨਾਲ ਜੁੜੀ ਇੱਕ ਹੋਰ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ। ਮੇਰੇ ਨਾਲ ਇਸ ਵੇਲੇ ਮਾਹੀ ਮਲ ਮੌਜੂਦ ਨੇ। ਮਾਹੀ 8ਵੀਂ ਜਮਾਤ ਵਿੱਚ ਸੀਗੇ ਜਦੋਂ ਫਿਟਨੈਸ ਦੇ ਨਾਲ ਜੁੜ ਗਏ। ਪਰ ਮਾਹੀ ਪੋਲੀਓ ਕਦੋਂ ਹੋਇਆ ਸੀ? ਪੋਲੀਓ ਮੈਨੂੰ ਜਦੋਂ ਮੈਂ 2.5 ਸਾਲ ਦਾ ਸੀਗਾ ਉਸ ਟਾਈਮ ਮੈਨੂੰ ਪੋਲੀਓ ਹੋਇਆ ਸੀ। ਕਿਸ ਤਰ੍ਹਾਂ ਹੋਇਆ ਸੀ? ਇਹ ਬਾਈ ਬਰਥ ਸੀ ਜਾਂ ਨਹੀਂ? ਬਾਈ ਬਰਥ ਨਹੀਂ, ਪਹਿਲਾਂ ਠੀਕ ਸੀਗਾ, ਮੈਂ 2.5 ਸਾਲ ਤੱਕ ਜਿੱਦਾਂ ਤੁਰਦਾ ਫਿਰਦਾ ਸੀਗਾ। ਉਸ ਤੋਂ ਬਾਅਦ ਇੱਕ ਡਾਕਟਰ ਨੇ ਜਿੱਦਾਂ ਕਹਿ ਲਓ ਗਲਤ ਇੰਜੈਕਸ਼ਨ ਲੱਗ ਗਿਆ। ਉਸ ਤੋਂ ਬਾਅਦ ਬੁਖਾਰ ਚੜਿਆ ਮੈਨੂੰ। ਫਿਰ ਉਸ ਤੋਂ ਬਾਅਦ ਜਿੱਦਾਂ ਮੇਰਾ ਪੂਰਾ ਸਰੀਰ ਡੈਡ ਹੋ ਗਿਆ ਸੀਗਾ, ਬੋਲਣੋਂ ਵੀ ਮੈਂ ਰਹਿ ਗਿਆ ਸੀਗਾ। ਉਸ ਤੋਂ ਬਾਅਦ ਹੌਲੀ ਹੌਲੀ ਇੰਪਰੂਵਮੈਂਟ ਆਈ, ਜਿੱਦਾਂ ਆਵਾਜ਼ ਵਾਪਸ ਆਈ ਮੇਰੀ। ਉਸ ਤੋਂ ਬਾਅਦ ਮੇਰਾ ਸਰੀਰ ਥੋੜਾ ਚੱਲਣ ਲੱਗ ਪਿਆ। ਜਾਣੀ ਕਿ ਇਸ ਟਾਈਮ ਮੇਰੇ ਲੱਕ ਤੋਂ ਥੱਲੇ ਸਰੀਰ ਡੈਡ ਹੈ, ਲੱਤਾਂ ਵਗੈਰਾ। ਉੱਪਰਲੀ ਬੋਡੀ ਮੇਰੀ ਵਰਕ ਕਰਦੀ। ਕਿੰਨੇ ਸਾਲ ਦੇ ਸੀ ਜਦੋਂ ਤੱਕ ਆਵਾਜ਼ ਬੰਦ ਰਹੀ ਹੈ? ਮਤਲਬ ਚਿਹਰੇ ਤੋਂ ਥੱਲੜਾ ਸਾਰਾ ਸਰੀਰ ਡੈਡ ਰਿਹਾ। ਉਹ 3 ਸਾਲ ਦਾ ਸੀਗਾ ਜਦੋਂ ਮੈਂ ਹੋਇਆ। 3 ਸਾਲ ਤੋਂ ਬਾਅਦ ਫਿਰ ਮੇਰੀ ਆਵਾਜ਼ ਵਾਪਸ ਆਈ। 3 ਸਾਲ ਤੋਂ ਬਾਅਦ ਮਾਂ-ਬਾਪ ਨੂੰ ਪਤਾ ਨਹੀਂ ਲੱਗਿਆ ਕਿ ਬੱਚੇ ਮਾਂ-ਬਾਪ ਨੂੰ ਪਤਾ ਲੱਗਾ ਸੀਗਾ, ਬਟ ਉਹ ਇਹੀ ਸੀਗੇ ਵੀ ਬੱਚੇ ਨੂੰ ਹੋ ਕੀ ਗਿਆ। ਉਹ ਸ਼ੌਕ ਵਿੱਚ ਸੀਗੇ ਵੀ ਖੇਡਦਾ ਪਿਆ ਸੀ। ਮੈਂ ਖੇਡਦੇ ਨੂੰ ਬੁਖਾਰ ਚੜਿਆ ਇੱਕਦਮ ਹੀ। ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਮੈਂ ਮੰਜੇ ਤੇ ਪੈ ਗਿਆ। ਹਾਂਜੀ, ਜਿਹੜੇ ਡਾਕਟਰ ਕੋਲੋਂ ਅਣਗਹਿਲੀ ਹੋਈ ਸੀ, ਜਿਸਨੇ ਟੀਕਾ ਗਲਤ ਲਗਾ ਦਿੱਤਾ ਸੀ, ਉਸਨੇ ਮਾਫੀ ਨਹੀਂ ਮੰਗੀ ਜਾਂ ਉਸਦੇ ਖਿਲਾਫ ਕੋਈ ਕਾਰਵਾਈ? ਜਿੱਦਾਂ ਮਾਂ ਪਿਓ ਨੂੰ ਪਤਾ ਹੀ ਨਹੀਂ ਲੱਗਿਆ ਵੀ ਇੰਜੈਕਸ਼ਨ ਗਲਤ ਲੱਗਾ ਜਾਂ ਕੁਝ ਵੀ ਵਗੈਰਾ। ਉਹ ਤਾਂ ਬਸ ਇਸੇ ਦੌੜ 'ਚ ਲੱਗੇ ਰਹੇ ਕਿ ਸਾਡਾ ਬੱਚਾ ਜਿੱਦਾਂ ਖੇਡਦਾ ਸੀਗਾ ਉਸੇ ਟਾਈਮ ਦੁਬਾਰਾ ਫਿਰ ਉਸੇ ਤਰ੍ਹਾਂ ਦਾ ਹੋ ਜਾਵੇ। ਤੇ ਉਹਨਾਂ ਨੇ ਇਹ ਚੀਜ਼ ਤਾਂ ਦੇਖਿਆ ਹੀ ਨਹੀਂ ਵੀ ਉਹਦੇ ਇੰਜੈਕਸ਼ਨ ਗਲਤ ਲੱਗਾ ਹੋਇਆ। ਉਹ ਇਹੀ ਚੀਜ਼ ਦੇਖਦੇ ਰਹੇ ਵੀ ਸਾਡਾ ਬੱਚਾ ਕਦੋਂ ਤੁਰੂਗਾ, ਫਿਰ ਖੇਡੂਗਾ। ਕਦੋਂ ਪਤਾ ਲੱਗਿਆ ਇੰਜੈਕਸ਼ਨ ਗਲਤ ਲੱਗਾ? ਉਹਨਾਂ ਨੂੰ ਜਦੋਂ ਸਾਨੂੰ ਹੋਰ ਪਾਸੇ ਡਾਕਟਰ ਤੋਂ ਗਏ, ਉਹਨਾਂ ਨੂੰ ਫਿਰ ਦੱਸਿਆ ਉਹਨਾਂ ਨੇ ਵੀ ਇਹ ਤੁਹਾਡੇ ਇਹ ਬੱਚੇ ਦੇ ਇੰਜੈਕਸ਼ਨ ਗਲਤ ਲੱਗਾ ਹੋਇਆ ਹੈ।
ਤੇ ਜਦ ਤੱਕ ਅਸੀਂ ਉਸ ਡਾਕਟਰ ਨੂੰ ਕੈਚ ਕਰਨ ਲੱਗੇ ਤੇ ਉਹਨਾਂ ਨੇ ਆਪਣੀ ਟ੍ਰਾਂਸਫਰ ਕਰਵਾ ਲਈ ਹੋਈ ਸੀਗੀ ਤੋਂ ਡੀਐਮਸੀ ਹਸਪਤਾਲ। ਉਦੋਂ ਪਤਾ ਸੀ ਪੋਲੀਓ ਕੀ ਹੁੰਦਾ, ਪਰਿਵਾਰ ਨੂੰ ਨਹੀਂ, ਪਤਾ? ਉਸ ਟਾਈਮ ਜਦੋਂ ਹੋਇਆ ਇਹ ਨਵਾਂ ਆਇਆ ਹੀ ਸੀਗਾ, ਉਸ ਟਾਈਮ ਕਿਸੇ ਨੂੰ ਨਹੀਂ ਪਤਾ ਸੀ ਵੀ ਇਹ ਕੀ ਚੀਜ਼ ਹੈ। ਬੱਚੇ ਦੀਆਂ ਲੱਤਾਂ ਨੂੰ ਪੈ ਰਿਹਾ ਸੀ, ਕਿਸੇ ਦੇ ਹੱਥ ਬਾਂਹ ਨੂੰ ਪੈ ਰਿਹਾ ਸੀਗਾ, ਤੇ ਹੌਲੀ ਹੌਲੀ ਡਾਕਟਰਾਂ ਤੋਂ ਪਤਾ ਲੱਗਾ ਕਿ ਇੱਕ ਨਵੀਂ ਬਿਮਾਰੀ ਸ਼ੁਰੂ ਹੋਈ ਹੈ ਜਿਸ ਦਾ ਨਾਮ ਪੋਲੀਓ ਆ। ਮਾਂ-ਬਾਪ ਆਪਣੀ ਅੱਖਾਂ ਦੇ ਨਾਲ ਬੱਚੇ ਨੂੰ ਵੱਡਾ ਹੁੰਦਾ ਦੇਖਦੇ ਨੇ, ਤੁਰਦਾ ਦੇਖਦੇ ਨੇ, ਡਿੱਗਦਾ ਦੇਖਦੇ ਨੇ, ਖੇਡਦਾ ਦੇਖਦੇ ਨੇ, ਤੇ ਉਹ ਬਚਪਨ ਇੱਕ ਡਾਕਟਰ ਦੀ ਅਣਗਹਿਲੀ ਦੇ ਕਾਰਨ ਖਰਾਬ ਹੋ ਗਿਆ। ਹਾਂਜੀ, ਮਾਂ ਪਿਓ ਤਾਂ ਬਸ ਮੈਨੂੰ ਇਹੀ ਦੇਖਦੇ ਰਹੇ ਫਿਰ ਜਲਦੀ ਤੋਂ ਜਲਦੀ ਸਾਡਾ ਬੱਚਾ ਫਿਰ ਪਹਿਲਾਂ ਦੀ ਤਰ੍ਹਾਂ ਠੀਕ ਹੋਵੇ ਤੇ ਖੇਡੇ ਆਪਣਾ ਬਾਕੀਆਂ ਦੇ ਬੱਚਿਆਂ ਦੀ ਤਰ੍ਹਾਂ। ਪਰ ਰੱਬ ਨੂੰ ਜੋ ਮਨਜ਼ੂਰ ਸੀ, ਉਸ ਤੋਂ ਬਾਅਦ ਕਦੇ ਮੈਂ ਨਾ ਆਪਣੀਆਂ ਲੱਤਾਂ ਤੇ ਤੁਰਿਆ, ਨਾ ਖੇਡਿਆ ਬੱਚਿਆਂ ਦੀ ਤਰ੍ਹਾਂ ਬਾਕੀਆਂ ਦੇ। ਅਸੀਂ ਸਕੂਲ ਜਾਂਦੇ ਆ, ਖੇਡਦੇ ਆ, ਉਹ ਸਭ ਚੀਜ਼ਾਂ ਮਿਸ ਹੋ ਗਈਆਂ। ਉਹ ਸਾਰਾ ਕੁਝ ਮਿਸ ਹੋ ਗਿਆ ਜੀ ਮੇਰਾ। ਸਕੂਲ ਦੇ ਜਿੱਦਾਂ ਮੇਰੀ ਏਜ ਵੀ ਕਾਫੀ ਹੋ ਗਈ ਸੀਗੀ ਤੇ ਘਰ ਦੇ ਕਹਿੰਦੇ ਜਦੋਂ ਮੁੰਡਾ ਆਪਣਾ ਤੁਰੂਗਾ ਦੁਬਾਰਾ ਉਦੋਂ ਉਸ ਟਾਈਮ ਲਾਵਾਂਗੇ ਆਪਾਂ ਇਸ ਨੂੰ ਸਕੂਲੇ। ਪਰ ਮੇਰੀ ਮੰਮਾ ਨੇ ਜ਼ੋਰ ਪਾ ਕੇ ਡੈਡੀ ਨੂੰ ਵੀ ਨਹੀਂ, ਇਹਦੀ ਏਜ ਹੋਈ ਜਾ ਰਹੀ ਆ। ਤੇ ਫਿਰ ਉਹ 2-3 ਕਿਲੋਮੀਟਰ ਦੂਰ ਸੀ ਸਾਡੇ ਘਰ ਤੋਂ ਸਕੂਲ। ਮੇਰੀ ਮੰਮੀ ਸਵੇਰੇ ਨੂੰ ਚੱਕ ਕੇ ਛੱਡ ਕੇ ਆਉਂਦੀ ਹੁੰਦੀ ਸੀ ਸਕੂਲੇ ਤੇ ਫਿਰ ਚੱਕ ਕੇ ਸ਼ਾਮ ਨੂੰ ਲੈ ਕੇ ਆਉਣਾ। ਉਹਨਾਂ ਨੇ ਬਹੁਤ ਹੈਲਪ ਕੀਤੀ ਮੇਰੀ ਮਾਂ ਪਿਓ ਨੇ ਮੇਰੇ ਲਈ। ਹਾਂਜੀ। ਕਿੰਨਵੀਂ ਤੱਕ ਪੜ੍ਹੇ ਹੋ? ਮੈਂ +2 ਕੀਤੀ ਸੀਗੀ ਆਪਣੇ ਪਿੰਡ ਦੇ ਸਰਕਾਰੀ ਸਕੂਲੇ। ਉਸ ਤੋਂ ਅੱਗੇ ਆਪਣਾ ਕੰਪਿਊਟਰ ਦਾ ਕੋਰਸ ਕੀਤਾ ਸੀਗਾ ਆਪਣਾ ਹਾਰਡਵੇਅਰ ਦਾ। ਮਾਈ ਕਦੀ ਇਦਾਂ ਹੁੰਦਾ ਸੀ ਕਿ ਸ਼ਾਇਦ ਮੈਂ ਠੀਕ ਹੋ ਜਾਵਾਂ, ਸ਼ਾਇਦ ਮੈਂ ਚਮਤਕਾਰ ਕੋਈ ਅਜਿਹਾ ਹੋ ਜਾਏ, ਮੈਂ ਠੀਕ ਹੋ ਜਾਵਾਂ ਤੇ ਬਾਕੀਆਂ ਵਾਂਗ ਜਿਵੇਂ ਨਾਰਮਲ ਲਾਈਫ ਹੁੰਦੀ ਹੈ ਉਵੇਂ ਬਤੀਤ ਕਰਾਂ? ਹਾਂਜੀ ਜੀ, ਪਹਿਲਾਂ ਮੈਨੂੰ ਸੀਗਾ ਵੀ ਮੈਂ ਵੀ ਤੁਰੂੰਗਾ, ਮੈਂ ਵੀ ਬਾਕੀਆਂ ਦੀ ਤਰ੍ਹਾਂ ਖੇਡੂੰਗਾ, ਖੜੂੰਗਾ, ਸਾਰਾ ਕੁਝ ਬਾਕੀਆਂ ਦੀ ਤਰ੍ਹਾਂ ਕਰੂੰਗਾ। ਬਟ ਹੌਲੀ ਹੌਲੀ ਜਿੱਦਾਂ ਮਨ ਨੂੰ ਤਸੱਲੀ ਜੀ ਹੋ ਗਈ ਵੀ ਨਹੀਂ ਹੁਣ ਨਹੀਂ ਹੋਣਾ, ਹੁਣ ਏਜ ਵੀ ਕਾਫੀ ਹੋ ਗਈ ਹੈ ਤੇ ਹੁਣ ਮੈਂ ਪਹਿਲਾਂ ਦੀ ਤਰ੍ਹਾਂ ਨਹੀਂ ਹੋ ਸਕਦਾ। ਇੱਕ ਅਜਿਹਾ ਵਿਅਕਤੀ ਜਿਸ ਨੂੰ ਪਤਾ ਹੈ ਕਿ ਉਹ ਪਹਿਲਾਂ ਤਰ੍ਹਾਂ ਨਹੀਂ ਹੋ ਸਕਦਾ, ਆਪਣੇ ਪੈਰਾਂ ਤੇ ਨਹੀਂ ਚੱਲ ਸਕਦਾ, ਉਹ ਚਾਰ ਦੀਵਾਰੀ ਦਾ ਮੁਹਤਾਜ ਹੋ ਜਾਂਦਾ ਹੈ। ਉਹਨੂੰ ਜਦ ਤੱਕ ਕੋਈ ਚੱਕ ਕੇ ਲੈ ਕੇ ਨਹੀਂ ਜਾਂਦਾ ਕਿਤੇ, ਉਹ ਨਹੀਂ ਜਾ ਪਾਉਂਦਾ। ਪਰ ਉਸ ਚਾਰ ਦੀਵਾਰੀ ਤੋਂ ਬਾਹਰ ਨਿਕਲ ਕੇ ਤੁਸੀਂ ਫਿਟਨੈਸ ਦੀ ਇੰਡਸਟਰੀ ਦੇ ਨਾਲ ਜੁੜੇ ਹੋ, ਆਪਣਾ ਜਿਮ ਖੋਲ੍ਹਿਆ ਹੈ, ਆਪਣੀ ਵੀ ਬੋਡੀ ਬਣਾਈ ਹੈ, ਦੂਸਰਿਆਂ ਦੀ ਵੀ ਮਦਦ ਕਰ ਰਹੇ ਹੋ। ਇਹ ਜਿਹੜੀ ਇਨਸਪੀਰੇਸ਼ਨ ਸੀ ਇਹ ਕਿੱਥੋਂ ਮਿਲੀ? ਇਹ ਮੈਨੂੰ ਜਿੱਦਾਂ ਪਹਿਲਾਂ ਬਚਪਨ ਤੋਂ ਹੀ ਸ਼ੌਕ ਸੀਗਾ, ਦੇਖਦਾ ਹੁੰਦਾ ਸੀ ਲੋਕਾਂ ਨੂੰ ਵੀ ਜਿਮ ਕਰਦੇ ਆ, ਸਾਰਿਆਂ ਨੂੰ ਮੈਂ ਦੇਖ ਕੇ ਪਹਿਲਾਂ ਮੈਂ ਸੀਗਾ ਆਪਣੇ ਘਰੇ ਹੀ ਲਾਉਂਦਾ ਰਿਹਾ। ਆਪਣੇ ਘਰੇ ਥੋੜਾ ਜਿਹਾ ਸਮਾਨ ਰੱਖਿਆ ਸੀਗਾ ਜਿਮ ਦਾ। ਉਸ ਤੋਂ ਬਾਅਦ ਹੌਲੀ ਹੌਲੀ ਜਿਮ ਲਾਉਂਦਾ ਰਿਹਾ। ਫਿਰ ਹੌਲੀ ਹੌਲੀ ਮੇਰੇ ਫਰੈਂਡ ਆਉਣ ਲੱਗ ਪਏ ਮੇਰੇ ਕੋਲ ਘਰੇ। ਫਿਰ ਉਹਨੂੰ ਮੈਨੂੰ ਜਿਮ ਲੈ ਕੇ ਜਾਣ ਲੱਗ ਪਏ। 2-3 ਸਾਲ ਵੀ ਮੈਨੂੰ ਜਿਮ ਲੈ ਕੇ ਜਾਂਦੇ ਹੁੰਦੇ ਸੀਗੇ, ਵੀ ਛੱਡ ਕੇ ਜਾਣਾ। ਫਿਰ ਮੇਰੇ ਮਾਪੇ ਨੇ ਕਿਹਾ ਵੀ ਤੁਸੀਂ ਕਿੱਦਾਂ, ਵੀ ਤੂੰ ਅੱਗੇ ਕੀ ਕਰਨਾ ਚਾਹੁੰਦਾ ਆ, ਵੀ ਸਾਰੇ ਬੱਚੇ ਕੰਮ ਕਰਦੇ ਆ, ਵੀ ਤੂੰ ਕੀ ਕਰੂੰਗਾ। ਫਿਰ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਜਿਮ ਦਾ ਜਿੱਦਾਂ ਰਿਲੇਟਡ ਵਧੀਆ ਲੱਗਦਾ ਆ, ਮੇਰਾ ਸ਼ੌਂਕ ਆ ਇੱਕ, ਮੈਨੂੰ ਵਧੀਆ ਵੀ ਲੱਗਦਾ ਤੇ ਮੈਨੂੰ ਵਧੀਆ ਲੱਗਦਾ। ਤੇ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਦੱਸੋ ਕੀ ਕਰਨਾ ਚਾਹੁੰਦੇ ਹੋ। ਫਿਰ ਮੈਂ ਉਹਨਾਂ ਨੂੰ ਕਿਹਾ ਵੀ ਮੇਰੀ ਹੈਲਪ ਕਰੋ ਤੁਸੀਂ ਘਰਦਿਆਂ ਨੂੰ। ਤੇ ਉਹਨਾਂ ਨੇ ਮੈਨੂੰ ਇੱਕ ਜਿਮ ਲੈ ਕੇ ਦਿੱਤਾ ਰੈਂਟ ਦੇ ਵਿੱਚ 2014 ਦੇ ਵਿੱਚ। ਤੇ ਉਹ ਜਿਮ ਮੈਂ 1 ਸਾਲ ਚਲਵਾਇਆ ਤੇ ਉਸ ਤੋਂ ਬਾਅਦ ਫਿਰ ਉਹਦਾ ਰੈਂਟ ਜ਼ਿਆਦਾ ਸੀਗਾ ਤੇ ਆਪਣਾ ਖਰਚਾ ਨਹੀਂ, ਹਾਂਜੀ ਆਪਣਾ ਖਰਚਾ ਨਹੀਂ ਨਿਕਲਦਾ ਸੀਗਾ। ਤੇ ਉਸ ਤੋਂ ਬਾਅਦ ਫਿਰ ਮੈਂ 1-2 ਸਾਲ ਦਾ ਗੈਪ ਪਾਇਆ। ਉਸ ਤੋਂ ਬਾਅਦ ਮੈਂ ਘਰੇ ਫ੍ਰੀ ਰਿਹਾ। ਫਿਰ ਘਰੇ ਮੈਂ ਤੋਂ ਬੈਠ ਕੇ ਦੇਖ ਨਹੀਂ ਹੋਇਆ ਵੀ ਘਰੇ ਮੈਂ ਬੈਠਾ ਆ, ਸਾਰਿਆਂ ਦੇ ਦੇਖਦਾ ਵੀ ਸਾਰੇ ਕੰਮ ਤੇ ਜਾਂਦੇ, ਮੈਂ ਘਰੇ ਵਿਹਲਾ ਬੈਠਾ। ਫਿਰ ਹੌਲੀ ਹੌਲੀ ਮੈਂ ਘਰਦਿਆਂ ਨੂੰ ਕਿਹਾ, ਰਿਸ਼ਤੇਦਾਰਾਂ ਨੂੰ, ਜਿੱਦਾਂ ਵੀ ਆ ਫਰੈਂਡ ਸਰਕਲ ਨੂੰ, ਸਾਰੇ ਨੂੰ ਕਿਹਾ। ਹੌਲੀ ਹੌਲੀ ਕਰਕੇ ਮੇਰੇ ਬ੍ਰਦਰ ਨੇ ਮੇਰੀ ਹੈਲਪ ਕੀਤੀ। ਉਹਨਾਂ ਨੇ ਮੈਨੂੰ ਇਹ ਆਪਣੀ ਜਗ੍ਹਾ ਲੈ ਕੇ ਦਿੱਤੀ, ਫਿਰ ਜਿਮ ਪਾ ਕੇ ਦਿੱਤਾ, ਮਸ਼ੀਨਾਂ ਲੈ ਕੇ ਦਿੱਤੀਆਂ ਮੇਰੇ ਫਾਦਰ ਸਾਹਿਬ ਨੇ। ਤੇ ਉਸ ਤੋਂ ਬਾਅਦ ਫਿਰ ਮੈਂ ਹੌਲੀ ਹੌਲੀ 2017 ਦੇ ਵਿੱਚ ਆਪਣਾ ਜਿਮ ਕੰਪਲੀਟ ਕੀਤਾ। ਮਾਂ-ਬਾਪ ਨੂੰ ਡਰ ਨਹੀਂ ਲੱਗਿਆ ਕਿ ਬੱਚੇ ਨੂੰ ਅਸੀਂ ਜਿਸ ਲਾਈਨ ਦੇ ਵਿੱਚ ਭੇਜ ਰਹੇ ਹਾਂ, ਇਸ ਦੇ ਵਿੱਚ ਤਾਂ ਪਹਿਲਾਂ ਹੀ ਬੜਾ ਖਤਰਾ ਹੈ। ਨੌਜਵਾਨ ਜਿਹੜੇ ਫਿਟਨੈਸ ਦੇ ਨਾਲ ਜੁੜੇ ਹੋਏ ਨੇ, ਜਦੋਂ ਉਹਨਾਂ ਦੀ ਮੌਤ ਹੁੰਦੀ ਹੈ ਤਾਂ ਬੜੇ ਸਾਰੇ ਸਵਾਲ ਨਾਲ ਖੜੇ ਹੋ ਜਾਂਦੇ ਨੇ, ਬੜੀਆਂ ਸਾਰੀਆਂ ਗੱਲਾਂ ਕਹਾਣੀਆਂ ਨਾਲ ਜੁੜ ਜਾਂਦੀਆਂ ਨੇ। ਤੇ ਤੁਹਾਡੇ ਜੋ ਹਾਲਾਤ ਸੀਗੇ, ਜਿਸ ਤਰ੍ਹਾਂ ਪੋਲੀਓ ਹੋਇਆ ਸੀ ਤੁਹਾਨੂੰ ਡਾਕਟਰ ਦੀ ਗਲਤੀ ਦੇ ਕਾਰਨ, ਤੇ ਮਾਂ-ਬਾਪ ਨੇ ਮਨਾ ਨਹੀਂ ਕੀਤਾ ਸੀ ਕਿ ਇਹ ਲਾਈਨ ਗਲਤ ਹੈ? ਮਾਪੇ ਨੇ ਸਾਨੂੰ ਕਿਹਾ ਸੀਗਾ ਪਹਿਲਾਂ ਫਸਟ ਜਦੋਂ ਸਟਾਰਟ ਕੀਤਾ ਸੀ ਉਦੋਂ ਕਹਿ ਰਹੇ ਸੀ ਵੀ ਨਹੀਂ ਇਸ ਤਰ੍ਹਾਂ ਇੱਦਾਂ ਹੋ ਜਾਂਦੀ ਆ, ਫਿਰ ਇਸ ਤਰ੍ਹਾਂ। ਫਿਰ ਜਿਸ ਤਰ੍ਹਾਂ ਮੈਨੂੰ ਨੌਲੇਜ ਆਉਂਦੀ ਗਈ ਫਿਰ ਮੈਂ ਉਹਨਾਂ ਨੂੰ ਦੱਸਦਾ ਗਿਆ ਨਹੀਂ ਇਹ ਕਈ ਚੀਜ਼ਾਂ ਹੈਗੀਆਂ ਇਸ ਇੰਡਸਟਰੀ ਵਿੱਚ, ਜਿੱਦਾਂ ਕਈ ਗਲਤ ਵੀ ਹੈਗੀਆਂ, ਕੋਈ ਗਲਤ ਚੀਜ਼ ਦੇ ਰਹੇ ਆ ਮੁੰਡਿਆਂ ਨੂੰ। ਤੇ ਹੌਲੀ ਹੌਲੀ ਮੈਨੂੰ ਪਤਾ ਲੱਗਾ, ਫਿਰ ਮੈਂ ਮਾਪੇ ਨੂੰ ਆਪਣੇ ਨੂੰ ਸਮਝਾਇਆ ਵੀ ਨਹੀਂ ਇੱਦਾਂ ਦਾ ਨਹੀਂ ਹੈਗਾ, ਤੇ ਆਪਾਂ ਦੇਸੀ ਡਾਈਟ ਵਗੈਰਾ ਖਾਵਾਂਗੇ ਤੇ ਉਸ ਦੇ ਉੱਤੇ ਡਿਪੈਂਡ ਰਵਾਂਗੇ। ਤੇ ਉਸ ਤਰ੍ਹਾਂ ਫਿਰ ਉਹਨਾਂ ਨੇ ਮੈਨੂੰ ਹੈਲਪ ਕਰਨੀ ਸ਼ੁਰੂ ਕੀਤੀ। ਪਹਿਲਾਂ ਉਹ ਵੀ ਡਰਦੇ ਸੀਗੇ, ਮਨਾ ਨਹੀਂ ਕਰਦੇ ਸੀਗੇ ਕਿ ਤੁਸੀਂ weight ਨਹੀਂ ਚੱਕ ਸਕਦੇ, ਇਹ ਰਿਸਕ ਹੈ ਤੁਹਾਡੇ ਲਈ? ਹਾਂਜੀ, ਡਾਕਟਰ ਸਾਹਿਬ ਨੇ ਕਿਹਾ ਸੀਗਾ ਵੀ ਤੁਸੀਂ ਇੰਨਾ ਜ਼ਿਆਦਾ weight ਨਹੀਂ ਲੈਣਾ ਆਪਣੀ ਰੀੜ੍ਹ ਦੀ ਹੱਡੀ ਦੇ, ਜਿੱਦਾਂ ਮੇਰੀ ਰੀੜ੍ਹ ਦੀ ਹੱਡੀ ਬੈਕਬੋਨ ਉਹ ਕਮਜ਼ੋਰ ਆ, ਤੇ ਉਹਨਾਂ ਨੇ ਕਿਹਾ ਸੀ ਵੀ ਜ਼ਿਆਦਾ weight ਨਹੀਂ ਚੱਕਣਾ। ਤੇ ਤੁਸੀਂ ਆਪਣੀ ਜ਼ਿੰਦਗੀ ਦੇ ਨਾਲ ਕਿਉਂ ਰਿਸਕ ਲੈ ਰਹੇ ਹੋ? ਨਹੀਂ ਮੈਮ, ਜਿੱਦਾਂ ਫਿਰ ਮੈਂ ਜ਼ਿਆਦਾ ਬੈਠਾ ਰਹਿੰਦਾ, ਸਾਰਾ ਸਰੀਰ ਦਾ weight ਵੱਧ ਜਾਂਦਾ ਆ ਤੇ ਬੈਠਾ ਰਹਿੰਦਾ, ਉਹ ਜਿਹੜੀ ਬੈਕਬੋਨ ਆ ਉਹ ਜ਼ਿਆਦਾ ਕਮਜ਼ੋਰ ਹੋ ਜਾਂਦੀ ਤੇ ਉਸ ਤੇ ਭਾਰ ਪੈਣ ਲੱਗ ਪੈਂਦਾ। ਜਿੱਦਾਂ ਹੁਣ ਹੌਲੀ ਹੌਲੀ ਮੈਂ ਆਪਣਾ
ਵਰਕਆਊਟ ਕਰਦਾ ਆ ਬੈਠ ਕੇ ਜਾਂ ਕੁਝ ਵੀ, ਉਸ ਨਾਲ ਮੇਰਾ ਜੋ weight ਆ ਉਹ ਮੇਨਟੇਨ ਰਹਿੰਦਾ ਹੈ ਤੇ ਮੇਰੇ ਬੋਡੀ ਤੇ ਲੱਤਾਂ ਤੇ ਭਾਰ ਘੱਟ ਪੈ ਰਿਹਾ ਹੈ ਉਹਦੇ ਨਾਲ, ਤੇ ਮੇਰੀ ਬੈਕਬੋਨ ਤੇ ਵੀ ਭਾਰ ਘੱਟ ਪੈ ਰਿਹਾ ਹੈ। ਇਸ ਨਾਲ ਥੋੜਾ ਜਿਹਾ ਮੈਂ ਫਿੱਟ ਰਹਿੰਦਾ। ਬਹੁਤ ਸਾਰੇ ਲੋਕ ਇਸ ਵੇਲੇ ਜਿਹੜੇ ਵੀਡੀਓ ਦੇਖ ਰਹੇ ਹੋਣੇ ਉਹਨਾਂ ਲਈ ਇੱਕ ਸਵਾਲ ਬਣਿਆ ਹੋਣਾ ਹੈ ਕਿ ਜੇ ਫਿਜ਼ੀਕਲੀ ਇੱਕ ਬੰਦਾ ਏਬਲ ਨਹੀਂ ਹੈ ਕਿ ਉਹ ਬਾਕੀਆਂ ਵਾਂਗ ਪਰਫਾਰਮ ਕਰ ਸਕੇ, ਜੋ ਐਕਟੀਵਿਟੀਜ਼ ਬਾਕੀ ਪਰਫਾਰਮ ਕਰਦੇ ਨੇ, ਉਹ ਵਿਅਕਤੀ ਇੰਨਾ ਸੋਹਣਾ ਸਰੀਰ ਕਿਸ ਤਰ੍ਹਾਂ ਬਣਾ ਸਕਦਾ ਹੈ? ਦੇਖੋ ਜੀ, ਮੈਂ ਹੁਣ ਅਨਫਿਟ ਹੋਣ ਦੇ ਕਰਕੇ ਵੀ ਫਿਰ ਵੀ ਮੈਂ ਆਪਣਾ ਜੋ ਵਰਕਆਊਟ ਕਰ ਰਿਹਾ ਆ, ਸਾਰੇ ਆਪਣੇ ਮੁੰਡੇ ਮੇਰੇ ਟ੍ਰੇਨਰ ਬੱਚੇ ਆਉਂਦੇ ਆ ਉਹਨਾਂ ਨੂੰ ਟ੍ਰੇਨਿੰਗ ਦਿੰਦਾ ਆ, ਉਹਨਾਂ ਨੂੰ ਗਾਈਡ ਕਰਦਾ ਆ। ਹੁਣ ਜਿਹੜੇ ਤੰਦਰੁਸਤ ਆ ਮੈਂ ਤਾਂ ਉਹਨਾਂ ਨੂੰ ਵੀ ਇਹੀ ਕਹੂੰਗਾ ਕਿ ਤੁਸੀਂ ਵੀ ਆਪਣਾ ਵਰਕਆਊਟ ਕਰੋ। ਜਿੱਦਾਂ ਆਪਣਾ ਇੱਕ ਦਿਨ ਦੇ ਵਿੱਚੋਂ 1 ਘੰਟਾ ਦਾ ਜ਼ਰੂਰ ਆਪਾਂ ਨੂੰ ਕੱਢਣਾ ਚਾਹੀਦਾ ਆਪਣੀ ਸਿਹਤ ਲਈ, ਆਪਣੀ ਸਿਹਤ ਹੈਲਥੀ ਰੱਖਣੀ ਚਾਹੀਦੀ ਹੈ। ਜਿਹੜੇ ਚੰਗੇ ਭਲੇ ਲੋਕ ਨੇ ਉਹ ਵੀ ਨਹੀਂ ਅੱਜ ਕੱਲ ਫਿਟਨੈਸ ਦੇ ਨਾਲ ਜੁੜੇ ਹੋਏ, ਉਹ ਵੀ ਆਲਸੀ ਹੋਏ ਪਏ ਨੇ। ਆਲਸੀ ਹੋਏ ਨੇ ਕਈ। ਹੁਣ ਜਿੱਦਾਂ ਲੋਕਡਾਊਨ ਰਿਹਾ, ਕਈ ਮੇਰੇ ਕੋਲ ਆਏ ਆ ਬੱਚੇ, ਉਹਨਾਂ ਨੇ ਪੇਟ ਬਹੁਤ ਵਧਾ ਲਿਆ ਆਪਣਾ, ਤੇ ਚਲੋ ਉਸ ਟਾਈਮ ਜਿਮ ਬੰਦ ਸੀ ਲੋਕਡਾਊਨ ਦੇ ਵਿੱਚ, ਪਰ ਘਰੇ ਆਪਣਾ ਵਰਕਆਊਟ ਕਰਦੇ ਰਹੇ, ਅਸੀਂ ਵੀ ਵਰਕਆਊਟ ਕਰਦੇ ਰਹੇ, ਪਰ ਘਰੇ ਜੋ ਪੁਸ਼ਅਪ ਵਗੈਰਾ ਲਗਾਉਂਦੇ ਰਹੇ ਆ। ਉਹਨਾਂ ਨੂੰ ਵੀ ਚਾਹੀਦਾ ਸੀ ਥੋੜਾ ਬਹੁਤਾ ਆਪਣੇ ਬੋਡੀ ਵੱਲ ਧਿਆਨ ਦੇਣ। ਹਾਂਜੀ, ਜਦੋਂ ਐਕਸਰਸਾਈਜ਼ ਕਰਦੇ ਹੋ ਦਿੱਕਤ ਕਦੋਂ ਆਉਂਦੀ ਹੈ? ਦਿੱਕਤ ਮੈਮ ਪਹਿਲਾਂ ਆਉਂਦੀ ਹੁੰਦੀ ਸੀਗੀ ਜਦੋਂ ਲੱਤਾਂ ਕਮਜ਼ੋਰ ਸੀਗੀਆਂ, ਤਾਂ ਕਰਕੇ ਬੋਡੀ weight ਵੱਧ ਗਿਆ ਸੀ ਮੇਰਾ, ਤੇ ਹੁਣ ਮੈਂ ਆਪਣੀ ਬੋਡੀ weight ਕੰਟਰੋਲ ਕੀਤਾ ਹੋਇਆ ਆ, ਉਹ ਆਪਣੇ ਅਕੋਰਡਿੰਗ ਵੀ ਜਿੰਨਾ ਕੁ ਮੈਂ ਆਪਣੀ ਬੋਡੀ ਚੱਕ ਸਕਦਾ, ਆਪਣੀ ਸਟਿਕਸ ਦੇ ਸਹਾਰੇ ਮੈਂ ਆਪਣੀ ਬੋਡੀ ਚੱਕ ਸਕਦਾ, ਉਸ ਨਾਲ ਸਹੀ ਆ। ਜਾਣੀ ਕਿ ਹੁਣ ਕਦੇ ਸਮਾਜ ਨੇ ਸਵਾਲ ਚੁੱਕੇ ਨੇ ਤੁਹਾਡੇ ਇਸ ਕੰਮ ਤੇ? ਹਾਂਜੀ, ਸਮਾਜ ਕਈ ਵਧੀਆ ਵੀ ਕਹਿੰਦੇ ਨੇ ਮੈਨੂੰ, ਕਈ ਗਲਤ ਵੀ ਕਹਿੰਦੇ ਨੇ, ਪਰ ਮੇਰੇ ਫਰੈਂਡਸ ਜੋ ਨੇ, ਮੇਰੀ ਫੈਮਿਲੀ ਆ, ਉਹ ਮੈਨੂੰ ਕਹਿੰਦੇ ਵਧੀਆ, ਤੂੰ ਵਧੀਆ ਪਾਸੇ ਜੁੜਿਆ ਹੋਇਆ ਹੈ ਤੇ ਸਾਡੇ ਬੱਚਿਆਂ ਨੂੰ ਵੀ ਵਧੀਆ ਪਾਸੇ ਲਾ ਰਿਹਾ ਹੈ। ਮੈਂ ਔਨ ਦਾ ਰਿਕਾਰਡ ਯਾਨੀ ਕਿ ਔਨ ਕੈਮਰਾ ਕੋਈ ਕਨਫੈਸ ਨਹੀਂ ਕਰਦਾ ਕਿ ਸਟੀਰੋਇਡਸ ਐਗਜ਼ਿਸਟ ਕਰਦੇ ਨੇ, ਕਿ ਇੱਕ ਬੰਦਾ ਜਿਹੜਾ ਜਿਮਿੰਗ ਦੇ ਨਾਲ ਜਾਂ ਫਿਟਨੈਸ ਦੇ ਨਾਲ ਜੁੜਿਆ ਹੋਇਆ ਹੈ, ਹਰ ਬੰਦਾ ਮਤਲਬ ਔਨ ਕੈਮਰਾ ਇਹੀ ਕਹਿੰਦਾ ਹੈ ਕਿ ਡਿਨਾਈ ਕਰਦਾ ਇਸ ਫੈਕਟ ਨੂੰ ਕਿ ਸਟੀਰੋਇਡਸ ਦੇ ਨਾਲ ਹੀ ਬੋਡੀ ਬਣਦੀ ਹੈ, ਬਿਨਾਂ ਸਟੀਰੋਇਡਸ ਤੋਂ ਬੋਡੀ ਨਹੀਂ ਬਣ ਸਕਦੀ। ਇਹ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ, ਪਰ ਆਫ ਦਾ ਰਿਕਾਰਡ ਜਦੋਂ ਗੱਲ ਕਰਦੇ ਹਾਂ ਤਾਂ ਹਰ ਵਿਅਕਤੀ ਕਹਿੰਦਾ ਹੈ ਕਿ ਬਿਨਾਂ ਸਟੀਰੋਇਡਸ ਤੋਂ, ਬਿਨਾਂ ਡੱਬਿਆਂ ਤੋਂ, ਬਿਨਾਂ ਟੀਕਿਆਂ ਤੋਂ ਪੋਸੀਬਲ ਹੀ ਨਹੀਂ ਹੁੰਦਾ ਇਦਾਂ ਦੀ ਫਿਜ਼ਿਕ ਬਣਾਉਣਾ। ਦੇਖੋ, ਜਿੱਦਾਂ ਹੁਣ ਮੈਨੂੰ 13 ਸਾਲ ਹੋ ਗਏ ਇਸ ਲਾਈਨ ਦੇ ਵਿੱਚ, ਹੁਣ 13 ਸਾਲ ਦੀ ਤੁਸੀਂ ਮਿਹਨਤ ਵੀ ਲਾ ਲਓ, ਡਾਈਟ ਵੀ ਲਾ ਲਓ, ਠੀਕ ਹੈ। ਅੱਜ ਕੱਲ੍ਹ ਦੇ ਬੱਚੇ ਆਉਂਦੇ ਆ ਜਿੱਦਾਂ ਜਲਦੀ 1 ਮਹੀਨਾ ਲਾਉਂਦੇ, ਮੈਨੂੰ ਕਹਿਣ ਲੱਗ ਪੈਂਦੇ ਭਾਜੀ ਬੋਡੀ ਜਲਦੀ ਬਣਾਉਣੀ ਆ, ਕੋਈ ਇਦਾਂ ਦੀ ਪ੍ਰੋਡਕਟ ਦੱਸੋ, ਕੋਈ ਦੱਸੋ। ਪਰ ਅਸੀਂ ਉਹਨਾਂ ਨੂੰ ਇਹੀ ਕਹਿੰਦੇ ਆ ਵੀ ਜਦ ਸਾਨੂੰ 14 ਸਾਲ ਹੋ ਗਏ ਆ, ਹਾਲੇ ਤੱਕ ਅਸੀਂ ਇੱਥੇ ਤੱਕ ਪਹੁੰਚੇ ਹਾਂ। ਤੁਸੀਂ ਇਹ ਦੇਖੋ ਨਾ, ਮੈਂ ਤਾਂ ਉਹਨਾਂ ਨੂੰ ਇਹ ਕਹਿ ਰਿਹਾ ਵੀ ਤੁਸੀਂ ਜਾਂ ਤਾਂ ਆਪਣਾ ਓਰੀਜਨਲ ਪ੍ਰੋਟੀਨ ਲਓ, ਆਪਣਾ ਪ੍ਰੋਟੀਨ ਸਪਲੀਮੈਂਟ ਲਓ, ਸਟੀਰੋਇਡ ਨੂੰ ਤਾਂ ਅਵੋਇਡ ਹੀ ਕਰਾਉਂਦੇ ਹਾਂ ਅਸੀਂ, ਵੀ ਕਿਸੇ ਨੂੰ ਰეკਮੈਂਡ ਨਹੀਂ ਕਰਦੇ, ਤੇ ਦੂਸਰਾ ਘਰ ਦੀ ਖੁਰਾਕ ਖਾਓ, ਵਧੀਆ ਫਿਜ਼ਿਕ ਬਣਾਓ ਆਪਣੀ। ਜੇ ਹਰ ਜਿਮ ਓਨਰ, ਜੇ ਹਰ ਕੋਚ, ਹਰ ਬੰਦਾ ਜਿਹੜਾ ਫਿਟਨੈਸ ਦੇ ਨਾਲ ਜੁੜਿਆ ਹੋਇਆ ਹੈ, ਜੇ ਸਟੀਰੋਇਡ ਅਵੋਇਡ ਕਰਨ ਦੀ ਸਲਾਹ ਦੇ ਰਿਹਾ ਤੇ ਨੌਜਵਾਨ ਸਟੀਰੋਇਡਸ ਲੈ ਕਿਉਂ ਰਹੇ ਨੇ? ਸਟੀਰੋਇਡ ਮੈਮ, ਜਿੱਦਾਂ ਬੱਚੇ ਇੱਕ ਦੂਸਰੇ ਬੱਚੇ ਨੂੰ ਦੇਖ ਕੇ ਵੀ ਇਹ 2 ਮਹੀਨੇ 3 ਮਹੀਨੇ ਪਹਿਲਾਂ ਇਦਾਂ ਦਾ ਸੀਗਾ ਤੇ ਅੱਜ ਇਦਾਂ ਦਾ ਹੋ ਗਿਆ ਆ, ਤੇ ਉਹਨਾਂ ਨੂੰ ਦੇਖ ਕੇ ਜਿੱਦਾਂ ਜਲਦੀ ਕੋਈ ਜੋ ਉਹ ਉਹਨਾਂ ਦਾ ਟਾਈਮ ਨਹੀਂ ਦੇਖ ਰਿਹਾ, ਜਿੱਦਾਂ ਹੁਣ ਸਾਨੂੰ 13 ਸਾਲ ਹੋ ਗਏ ਆ, ਉਹ ਟਾਈਮ ਨਹੀਂ ਦੇਖਣਾ ਉਹਨਾਂ ਨੇ ਬਸ 3 ਮਹੀਨੇ 'ਚ ਆਪਣੀ ਬੋਡੀ ਉਦਾਂ ਦੀ ਚਾਹੀਦੀ ਹੈ ਜਿੱਦਾਂ ਦੀ ਸਾਹਮਣੇ ਬੰਦੇ ਦੀ ਦੇਖਦੇ ਆ। ਮਾਈ ਸਤਨਾਮ ਖੱਟੜਾ ਦੀ ਮੌਤ ਨੂੰ ਅੱਜ ਕਾਫੀ ਦਿਨ ਹੋ ਚੁੱਕੇ ਨੇ, ਪਰ ਸਤਨਾਮ ਖੱਟੜਾ ਨਾਲ ਜੁੜੀਆਂ ਕਹਾਣੀਆਂ ਲਗਾਤਾਰ ਉਸੇ ਤਰ੍ਹਾਂ ਬਣੀਆਂ ਹੋਈਆਂ ਨੇ। ਲਗਾਤਾਰ ਲੋਕਾਂ ਦੇ ਮੂੰਹ ਨਹੀਂ ਬੰਦ ਕਰਵਾਏ ਜਾ ਸਕਦੇ, ਲੋਕ ਉਸੇ ਤਰ੍ਹਾਂ ਕਹਾਣੀਆਂ ਜੋੜ ਰਹੇ ਨੇ। ਲੋਕ ਆਪਣੇ ਬੱਚਿਆਂ ਨੂੰ, ਜਿਹੜੇ ਸਿਆਣੇ ਨੇ, ਆਪਣੇ ਬੱਚਿਆਂ ਨੂੰ ਰੋਕ ਰਹੇ ਨੇ ਕਿ ਤੁਸੀਂ ਛੱਡ ਦਿਓ, ਜਿਮ ਜਾਣਾ ਛੱਡ ਦਿਓ, ਤੁਸੀਂ ਜੇਕਰ ਕਿਸੇ ਖੇਡ ਦੇ ਨਾਲ ਜੁੜੇ ਹੋਏ ਹੋ ਖੇਡਣਾ ਵੀ ਛੱਡ ਦਿਓ। ਹਾਂਜੀ, ਤੁਸੀਂ ਦੇਖੋ ਹੁਣ ਸਤਨਾਮ ਖੱਟੜੇ ਦੇ ਨਾਲ ਲੱਗ ਰਿਹਾ ਵੀ ਸਟੀਰੋਇਡ ਯੂਜ਼ ਕਰਦਾ ਸੀ ਜਾਂ ਕਿੱਦਾਂ। ਅੱਜ ਉਹਦੀ 31 ਸਾਲ ਦੀ ਉਮਰ ਸੀਗੀ, ਤੇ ਤੁਸੀਂ ਦੇਖ ਰਹੇ ਹੋ ਉਸਨੇ ਵੀ 13-14 ਸਾਲ ਆਈ ਥਿੰਕ ਲਗਾਏ ਹੋਏ ਆ ਆਪਣੀ ਬੋਡੀ ਦੇ ਉੱਪਰ। ਤੇ ਜੇ ਉਹ ਸਟੀਰੋਇਡ ਲੈ ਰਿਹਾ ਸੀ, ਉਹ ਮਤਲਬ ਇਸੇ ਟਾਈਮ ਥੋੜੀ ਲਿਆ ਉਹਨੇ, ਉਹ ਪਹਿਲਾਂ ਵੀ ਲੈ ਰਿਹਾ ਸੀਗਾ। ਜੇ ਲੈਂਦਾ ਸੀ ਤਾਂ ਉਹ ਪਹਿਲਾਂ ਵੀ ਲੈ ਰਿਹਾ ਸੀ, ਉਸ ਟਾਈਮ ਨਹੀਂ ਹੋਇਆ। ਉਹ ਤਾਂ ਬਸ ਉਸਨੂੰ ਅਟੈਕ ਆਇਆ। ਅਟੈਕ ਮਤਲਬ ਕਿਸੇ ਵੀ ਬੰਦੇ ਨੂੰ ਇਸ ਟਾਈਮ ਆ ਸਕਦਾ, ਕੋਈ ਜੋ ਇਹ ਜ਼ਰੂਰੀ ਨਹੀਂ ਵੀ ਜਿਮ ਦੇ ਨਾਲ ਰਿਲੇਟਡ ਆ ਤਾਂ ਤੁਸੀਂ ਉਸਦਾ ਸਟੀਰੋਇਡ ਨਾਲ ਜੋੜ ਦੋ ਉਹਨੂੰ ਵੀ ਸਟੀਰੋਇਡ ਨਾਲ ਹੀ ਹੋਇਆ। ਕੱਲ ਨੂੰ ਮੈਨੂੰ ਹੋ ਸਕਦਾ ਅਟੈਕ, ਹੋ ਸਕਦਾ ਕਿਸੇ ਨਾਰਮਲ ਬੰਦੇ ਨੂੰ ਵੀ ਹੋ ਸਕਦਾ ਜਿਹੜਾ ਜਿਮ 'ਚ ਕਦੇ ਵੜਿਆ ਹੀ ਨਹੀਂ, ਤੇ ਉਸ ਬੰਦੇ ਦੇ ਖਿਲਾਫ ਤੁਸੀਂ ਇਹ ਗੱਲ ਨਹੀਂ ਕਹਿਣੀ ਵੀ ਇਹ ਸਟੀਰੋਇਡ ਨਾ ਹੋਇਆ, ਵੀ ਉਹਦਾ ਅਟੈਕ ਹੋਇਆ। ਹੁਣ ਉਹ ਬੰਦਾ ਜਿਮ ਨਾਲ ਜੁੜਿਆ ਸੀ ਤਾਂ ਕਰਕੇ ਉਹਦੀਆਂ ਅਫਵਾਹਾਂ ਜ਼ਿਆਦਾ ਉੱਡ ਰਹੀਆਂ। ਜਿਹੜਾ ਵਿਅਕਤੀ 4-4 6-6 ਘੰਟੇ ਐਕਸਰਸਾਈਜ਼ ਕਰਦਾ ਹੈ, ਘਰ ਦਾ ਖਾਣਾ ਖਾ ਰਿਹਾ ਹੈ, ਪ੍ਰੋਟੀਨ ਲੈ ਰਿਹਾ ਹੈ ਨਾ, ਕਹਿੰਦੇ ਅੱਧਾ ਕਿਲੋ ਬਦਾਮ ਖਾ ਜਾਂਦਾ ਸੀ, ਕਿਲੋ ਦੁੱਧ ਇੱਕ ਟਾਈਮ ਪੀ ਜਾਂਦਾ ਸੀ, ਤੇ ਉਹ ਵਿਅਕਤੀ ਜੇਕਰ ਸਿਹਤ ਪੱਖੋਂ ਇੰਨਾ ਕੁ ਸੁਚੇਤ ਸੀਗਾ ਤੇ ਫਿਰ ਉਸ ਵਿਅਕਤੀ ਦੀ ਇਸ ਤਰ੍ਹਾਂ ਮੌਤ, ਅਚਨਚੇਤ ਮੌਤ ਹੋ ਜਾਣੀ ਵੀ ਇੱਕ ਸਵਾਲ ਹੈ। ਅਚਨਚੇਤ ਜਿੱਦਾਂ ਹੁਣ ਸਾਡੇ ਫਰੈਂਡ ਸਰਕਲ ਦੇ ਵਿੱਚ ਸੀਗਾ, ਤੇ ਅਸੀਂ ਪਤਾ ਲੱਗਾ ਸਾਨੂੰ ਜਿੱਦਾਂ ਵੀ ਉਹ ਥੋੜਾ ਜਿਹਾ ਪਹਿਲਾਂ ਵੀ ਬਿਮਾਰ ਚੱਲ ਰਿਹਾ ਸੀਗਾ, ਤੇ ਇੱਕ ਕਰੋਨਾ ਦੀ ਬਿਮਾਰੀ ਕਰਕੇ ਉਸਨੇ ਆਪਣਾ
ਐਡਮਿਟ ਨਹੀਂ ਹੋਇਆ ਕਿਤੇ, ਤੇ ਉਸਨੇ ਸੋਚਿਆ ਵੀ ਜਿੱਦਾਂ ਪਹਿਲਾਂ ਬੁਖਾਰ ਸੀਗਾ ਸਾਨੂੰ ਉਸੇ ਟਾਈਮ ਹੋਊਗਾ, ਉਹਦੇ ਥੋੜੇ ਸੈੱਲ ਵੀਕ ਸੀਗੇ, ਤੇ ਉਸ ਤੋਂ ਬਾਅਦ ਉਸ ਨੂੰ ਜਦੋਂ ਲੈ ਕੇ ਗਏ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਉਸ ਨੂੰ ਅਟੈਕ ਆ ਗਿਆ। ਉਹ ਥੋੜਾ ਜਿਹਾ ਵੀਕ ਪਹਿਲਾਂ ਹੀ ਚੱਲ ਰਿਹਾ ਸੀ, ਥੋੜਾ ਬਿਮਾਰ ਸੀਗਾ, ਅਣਗਹਿਲੀ ਚਲੋ ਅਣਗਹਿਲੀ ਹੋ ਗਈ। ਜਿੱਦਾਂ ਹੁਣ ਅਸੀਂ ਆ ਜਿੱਦਾਂ ਜਿਮ 'ਚ ਜ਼ਿਆਦਾ ਐਕਸਰਸਾਈਜ਼ ਕਰ ਲਈਦੀ ਆ, ਤੇ ਸੋਚੀ ਦਾ ਸਰੀਰ ਟੁੱਟਿਆ ਆ ਵੇ, ਸ਼ਾਇਦ ਐਕਸਰਸਾਈਜ਼ ਜ਼ਿਆਦਾ ਕਰ ਲਈ ਆ ਤਾਂ ਕਰਕੇ ਵੀ ਉਹਦੇ ਅਕੋਰਡਿੰਗ ਹੋ ਗਿਆ। ਉਹਦੇ ਹਿਸਾਬ ਨਾਲ ਤੁਸੀਂ ਡਾਈਟ ਜ਼ਿਆਦਾ ਲੈਂਦੇ? ਹਾਂਜੀ, ਡਾਈਟ ਜ਼ਿਆਦਾ ਲੈਂਦੀ। ਮਤਲਬ ਇਹ ਕਹਾਣੀਆਂ ਜਿਹੜੀਆਂ ਨਾਲ ਜੁੜਦੀਆਂ ਨੇ ਬੇਬੁਨਿਆਦ ਨੇ? ਇਹ ਸਭ ਬੇਬੁਨਿਆਦ ਨੇ ਜੀ। ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਜੇ ਕੱਲ ਨੂੰ ਹੁਣ ਮੈਨੂੰ ਕੁਝ ਹੋ ਗਿਆ ਤੇ ਸਾਰਿਆਂ ਨੇ ਇਹਦੇ ਵਿੱਚ ਵੀ ਇਹੀ ਚੀਜ਼ ਲਾਉਣੀ ਵੀ ਇਹ ਸਟੀਰੋਇਡ ਯੂਜ਼ ਕਰਦਾ ਸੀਗਾ। ਹੁਣ ਨਾਰਮਲ ਬੰਦੇ ਨੂੰ ਵੀ ਇੱਕ ਅਟੈਕ ਆ ਸਕਦਾ, ਕਿਸੇ ਨੂੰ ਵੀ ਆ ਸਕਦਾ, ਉਸ ਦੇ ਨਾਲੇ ਉਹ ਕਦੇ ਜਿਮ ਨਹੀਂ ਗਿਆ ਤਾਂ ਕਰਕੇ ਉਹਦੇ ਨਾਲ ਹੀ ਜੁੜਦੀਆਂ ਨੇ। ਮਾਈ ਜਦੋਂ ਵੀ ਅਸੀਂ ਕਿਸੇ ਜਿਮ ਦੇ ਵਿੱਚ ਦਾਖਲ ਹੁੰਦੇ ਆ ਤਾਂ ਅਸੀਂ ਦੇਖਦੇ ਹਾਂ ਉੱਥੇ ਡੱਬੇ ਪਏ ਹੁੰਦੇ ਨੇ, ਡੱਬੇ ਪਹਿਲੇ ਦਿਖਾਈ ਦਿੰਦੇ ਨੇ ਜਿਹੜੇ ਤੁਸੀਂ ਸਪਲੀਮੈਂਟਸ ਰੱਖੇ ਹੁੰਦੇ, ਬਾਅਦ ਵਿੱਚ ਮਸ਼ੀਨਾਂ ਦੇ ਵੱਲ ਧਿਆਨ ਜਾਂਦਾ ਹੈ। ਕਿੰਨਾ ਕੁ ਜ਼ਰੂਰੀ ਹੈ ਇਹ ਐਡਵਰਟਾਈਜ਼ਮੈਂਟਸ ਕਰਨਾ, ਬੱਚਿਆਂ ਨੂੰ ਇਹ ਡੱਬੇ ਹੱਥ ਵਿੱਚ ਫੜਾਉਣੇ? ਡੱਬੇ ਮੈਮ ਜਿੱਦਾਂ ਤੁਸੀਂ ਦੇਖ ਰਹੇ ਹੋ ਵੀ ਅੱਜ ਕੱਲ ਦੁੱਧ ਇਹ ਨਹੀਂ ਓਰੀਜਨਲ ਆ ਰਿਹਾ, ਆਪਣਾ ਪਨੀਰ ਵਗੈਰਾ ਜੋ ਵੀ ਕੁਝ ਡਾਈਟ ਆ, ਫਲ ਫਰੂਟ ਆ, ਇਹ ਸਾਰੇ ਕੋਈ ਓਰੀਜਨਲ ਤਾਂ ਆ ਨਹੀਂ ਰਿਹਾ ਹੈ ਨਾ, ਟੀਕੇ ਵਗੈਰਾ ਲੱਗ ਰਿਹਾ। ਤੇ ਇਹ ਸਿਰਫ ਇੱਕ ਅਸੀਂ ਪ੍ਰੋਟੀਨ ਹੀ ਯੂਜ਼ ਕਰਵਾਈਦਾ ਆ, ਜਿੱਦਾਂ ਪ੍ਰੋਟੀਨ ਇੱਕ ਗਾਂ ਦੇ ਦੁੱਧ ਤੋਂ ਬਣਦਾ ਆ, ਤੇ ਤਾਂ ਕਰਕੇ ਵੀ ਇਹ ਅਸੀਂ ਉਹਨਾਂ ਨੂੰ ਯੂਜ਼ ਕਰਾਈਦਾ ਵੀ ਚਲੋ ਤੁਹਾਡਾ ਡਾਈਟ ਪੂਰੀ ਨਹੀਂ ਹੋ ਰਹੀ ਪ੍ਰੋਪਰ, ਜਿੱਦਾਂ ਅੱਜ ਕੱਲ ਦੀ ਟਾਈਮਿੰਗ ਇਸ ਹਿਸਾਬ ਨਾਲ ਕਿਸੇ ਕੋਲ ਟਾਈਮ ਨਹੀਂ ਹੈਗਾ, ਸਾਰੇ ਬਿਜ਼ੀ ਲਾਈਫ ਆ ਸਾਰਿਆਂ ਦੀ, ਤੇ ਜਲਦੀ ਆਪਣੀ ਡਾਈਟ ਨਹੀਂ ਲੈ ਸਕਦੇ, ਇਹਨੂੰ ਆਪਾਂ ਨਾਲ ਕੈਰੀ ਕਰ ਸਕਦੇ, ਦੁੱਧ ਦੇ ਵਿੱਚ ਪਾ ਕੇ ਆਪਾਂ ਇਹਨੂੰ ਯੂਜ਼ ਕਰ ਸਕਦੇ ਐਕਸਰਸਾਈਜ਼ ਤੋਂ ਬਾਅਦ ਵਗੈਰਾ। ਤੇ ਜਦੋਂ ਪੂਰੇ ਦਿਨ ਦੀ ਆਪਣੀ ਯੂਜ਼ ਨਹੀਂ ਹੋ ਰਹੀ, ਜਿੱਦਾਂ ਆਪਣੇ ਪੂਰੇ ਦਿਨ ਦਾ ਉਹ ਲੈ ਨਹੀਂ ਸਕਦੇ ਆਪਾਂ ਪ੍ਰੋਟੀਨ ਵਗੈਰਾ, ਤੇ ਇਹਦੇ ਵਿੱਚੋਂ ਆਪਾਂ ਨੂੰ ਵਧੀਆ ਪ੍ਰੋਟੀਨ ਮਿਲ ਜਾਂਦਾ ਹੈ। ਇਹ ਸਿਰਫ ਇੱਕ ਗਾਂ ਦੇ ਦੁੱਧ ਤੋਂ ਤਿਆਰ ਹੁੰਦਾ ਹੈ, ਤੇ ਉਹਦਾ ਆਪਾਂ ਵੈਸੇ ਫਲ ਫਰੂਟ ਤਾਂ ਤੁਹਾਨੂੰ ਪਤਾ ਹੀ ਹੈ ਸਭ ਨਕਲੀ ਆ ਰਹੇ ਆ ਜਾਂ ਟੀਕਿਆਂ ਵਾਲੇ ਆ ਰਹੇ, ਤਾਂ ਕਰਕੇ ਅਸੀਂ ਇਹਦੇ ਨਾਲ ਉਹਨਾਂ ਦਾ ਪ੍ਰੋਟੀਨ ਪੂਰਾ ਕਰਵਾਉਂਦੇ ਹਾਂ। ਸਾਰੇ ਸਿਆਣੇ ਕਹਿੰਦੇ ਨੇ ਕਿ ਨੈਚੁਰਲ ਬੋਡੀ ਬਣਾਓ, ਆ ਚੀਜ਼ਾਂ ਅਵੋਇਡ ਕਰੋ, ਪਰ ਨੈਚੁਰਲ ਵੀ ਕਿਵੇਂ ਬਣਾਈਏ ਜੇ ਦੁੱਧ ਵੀ ਪਿਓਰ ਨਹੀਂ ਹੈ, ਜੇ ਸਾਡੇ ਫਲ ਸਬਜ਼ੀਆਂ ਪਿਓਰ ਨਹੀਂ ਹੈਗੀਆਂ, ਤੇ ਫਿਰ ਨੈਚੁਰਲ ਬੋਡੀ ਵੀ ਕਿਵੇਂ ਬਣਾਈਏ? ਨੈਚੁਰਲ ਬੋਡੀ ਮੈਮ ਹੁਣ ਤੁਹਾਨੂੰ ਪਤਾ ਹੀ ਆ, ਹੁਣ ਸਾਡੇ ਪਿੰਡ ਘੱਟੋ ਘੱਟ 20 ਜਾਂ 25 ਗਾਵਾਂ ਹੋਣੀਆਂ, ਮੱਝਾਂ ਹੋਣੀਆਂ, ਠੀਕ ਹੈ, ਤੇ ਤੁਸੀਂ ਦੇਖੋ ਤੁਹਾਡਾ ਘਰ 3000 ਹਾਂਜੀ 3500 ਦੀ ਆਬਾਦੀ ਹੈਗੀ ਆ, ਤੇ ਉਹ 35 ਮੱਝਾਂ ਉਹ ਕਿੱਥੋਂ ਦੁੱਧ ਪੂਰਾ ਕਰਨਗੀਆਂ? ਤੁਸੀਂ ਇਹ ਦੇਖ ਲਓ ਵੀ ਹੁਣ 100 ਬੰਦੇ ਦਾ ਦੁੱਧ ਤਾਂ ਦਿੰਦੇ ਨੇ। ਹਾਂਜੀ, ਤੇ ਹੁਣ ਤੁਸੀਂ ਦੇਖੋ ਬਈ ਹੁਣ ਜਿਹੜਾ ਉਹ ਤਾਂ ਸਾਡਾ ਪਿੰਡ ਆ, ਪਿੰਡ ਦੇ ਵਿੱਚ 35 ਮੱਝਾਂ ਹੈਗੀਆਂ, ਤੇ ਸ਼ਹਿਰ ਦੇ ਵਿੱਚ ਤਾਂ ਉਹ ਵੀ ਨਹੀਂ ਹੈਗੀਆਂ। ਇਹ ਦੁੱਧ ਕਿੱਥੋਂ ਆ ਰਿਹਾ ਹੈ, ਕਿੱਥੋਂ ਪੂਰਾ ਕਰ ਰਿਹਾ ਇਹ? ਤੇ ਤੁਸੀਂ ਦੇਖ ਲਓ ਵੀ ਇਹ ਸਾਰਾ ਸਭ ਨਕਲੀ ਆ ਰਿਹਾ, ਤਾਂ ਹੀ ਇੰਨਾ ਪੂਰਾ ਕਰ ਰਿਹਾ ਉਹ। ਤੇ ਜਿਹੜੀਆਂ ਫਲ ਫਰੂਟ ਆ ਤੁਸੀਂ ਖਾਦਾਂ ਦੇਖ ਲਓ ਕਿੰਨੀਆਂ ਖੇਤਾਂ ਨੂੰ ਪਾਉਂਦੇ ਆ, ਕਣਕ ਨੂੰ ਪਾਉਂਦੇ ਆ, ਉਹ ਸਭ ਆਪਾਂ ਜ਼ਹਿਰ ਹੀ ਅੰਦਰ ਲੈ ਕੇ ਜਾ ਰਹੇ ਹਾਂ ਜੇ ਦੇਖਿਆ ਜਾਵੇ ਤਾਂ। ਤੁਹਾਡੀ ਆਪਣੀ ਕੀ ਡਾਈਟ ਹੈ? ਮੇਰੀ ਮੈਮ ਸਵੇਰੇ ਉੱਠ ਕੇ ਜਿੱਦਾਂ ਮੈਂ ਪਹਿਲਾਂ ਤਾਂ 2 ਗਲਾਸ ਪਾਣੀ ਪੀਣੇ ਆ, ਫਿਰ ਬਦਾਮ ਖਾਣੇ ਆਪਣੇ, ਫਿਰ ਉਸ ਤੋਂ ਬਾਅਦ ਬਦਾਮ ਖਾ ਕੇ ਆਪਣਾ 6 ਅੰਡੇ ਖਾ ਕੇ ਆਪਣੇ ਜਿੰਮ ਆ ਜਾਣਾ, ਉਸ ਤੋਂ ਬਾਅਦ ਐਕਸਰਸਾਈਜ਼ ਵਰਕਆਊਟ ਕਰਕੇ ਘਰੇ ਜਾ ਕੇ 10 ਅੰਡੇ ਵਿਦ ਆਪਣਾ ਪ੍ਰੋਟੀਨ ਸ਼ੇਕ, ਤੇ ਫਿਰ ਉਸ ਤੋਂ ਬਾਅਦ ਘਰੇ ਚਲ ਜਾਣਾ, ਰੈਸਟ ਕਰਨੀ ਆ, ਰੈਸਟ ਕਰਕੇ ਬਰਾਊਨ ਰਾਈਸ, ਸਲਾਦ ਤੇ ਦਾਲ ਆਪਣੀ ਉਹ ਖਾਣੀ ਆ, ਫਿਰ 1 ਵਜੇ 2 ਵਜੇ ਐਪਲ ਵਗੈਰਾ ਤੇ ਨਾਲ ਦੁੱਧ, ਤੇ 4 ਵਜੇ ਫਿਰ ਮੇਰੇ 10 ਅੰਡੇ ਆ, ਤੇ ਉਸ ਤੋਂ ਬਾਅਦ ਫਿਰ ਜਿਮ ਦਾ ਟਾਈਮ ਹੋ ਜਾਂਦਾ, ਜਿਮ ਆ ਜੀ ਦਾ ਇੱਥੇ ਆ ਕੇ ਫਿਰ ਮੇਰਾ ਆਪਣੇ ਬਲੈਕ ਚਨੇ ਬੋਇਲ ਕੀਤੇ ਹੁੰਦੇ ਆ ਉਹ, ਤੇ ਉਸ ਤੋਂ ਬਾਅਦ ਸ਼ਾਮ ਨੂੰ 5 ਵਜੇ ਆਪਣਾ ਬੋਇਲ ਚਿਕਨ, ਤੇ ਰਾਤ ਨੂੰ 1 ਕੌਲੀ ਦਾਲ ਦੀ ਦੇ ਨਾਲ ਆਪਣਾ ਸਲਾਦ। ਹਾਂਜੀ, ਇਹੀ ਸੁਜੈਸਟ ਕਰਦੇ ਹੋ ਜਿਹੜੇ ਜਿਮ ਆਉਂਦੇ? ਹਾਂਜੀ, ਮੈਂ ਸਾਰਿਆਂ ਨੂੰ ਇਹੀ ਸੁਜੈਸਟ ਕਰਦਾ ਵੀ ਤੁਸੀਂ ਆਪਣੀ ਡਾਈਟ ਜੋ ਆ ਪ੍ਰੋਪਰ ਨੈਚੁਰਲੀ ਰੱਖੋ, ਜੋ ਜਿੰਨਾ ਵੀ ਕੁਝ ਆਪਾਂ ਨੂੰ ਨੈਚੁਰਲ ਵਧੀਆ ਮਿਲਦਾ ਉਹ ਖਾਣ ਦੀ ਕੋਸ਼ਿਸ਼ ਕਰੋ। ਜੋ ਲੋਕ ਨਾਨ ਵੈਜੀਟੇਰੀਅਨ ਨਹੀਂ ਹੈਗੇ ਉਹਨਾਂ ਲਈ ਹੋਰ ਹਾਂਜੀ, ਉਹਨਾਂ ਨੂੰ ਪਨੀਰ ਵਗੈਰਾ, ਸੋਇਆਬੀਨ ਵਗੈਰਾ ਇਹ ਚੀਜ਼ਾਂ ਰეკਮੈਂਡ ਕਰਦੇ ਆ। ਠੀਕ ਹੈ। ਹਾਂਜੀ, ਤੁਹਾਡੀ ਰੋਜ਼ਮਰਾ ਦੀ ਜ਼ਿੰਦਗੀ ਦੀ ਜੇ ਗੱਲ ਕਰੀਏ ਤਾਂ ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਤੱਕ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਹਲੇ ਵੀ ਕਰਨਾ ਪੈ ਰਿਹਾ? ਪਹਿਲੀ ਗੱਲ ਤਾਂ ਇਹੀ ਆ ਵੀ ਜਦੋਂ ਉੱਠਣਾ, ਆਪਣੇ ਆਪ ਨੂੰ ਤਿਆਰ ਕਰਨਾ, ਉਹਨੂੰ ਵੀ ਮੈਨੂੰ ਅੱਧਾ ਘੰਟਾ ਲੱਗ ਜਾਂਦਾ, ਜਿੱਦਾਂ ਬਾਕੀ ਬੱਚਿਆਂ ਦੀ ਤਰ੍ਹਾਂ ਜਾਂ ਬਾਕੀ ਲੜਕਿਆਂ ਦੀ ਤਰ੍ਹਾਂ ਮੈਂ ਇਹ ਨਹੀਂ ਵੀ ਸਿੱਧਾ ਉੱਠ ਕੇ ਸਿੱਧਾ ਹੀ ਆ ਗਿਆ, ਬਾਈਕ ਚੱਕੀ ਇੱਧਰ ਆ ਗਿਆ। ਪਹਿਲਾਂ ਮੈਨੂੰ ਆਪਣੀ ਲੱਤਾਂ 'ਚ ਉਹ ਪਾਉਣੇ ਪੈਂਦੇ ਆ, ਸ਼ੂਜ਼ ਪਾਉਣੇ ਪੈਂਦੇ ਆ, ਫਿਰ ਤਿਆਰ ਹੋਣਾ ਪੈਂਦਾ। ਮੇਰੀ ਭੈਣ ਆ, ਮੇਰੀ ਹੈਲਪ ਕਰਦੀ ਹੈ ਮੈਨੂੰ ਰੈਡੀ ਕਰਾਉਣ 'ਚ, ਮੇਰਾ ਪਾਣੀ ਵਗੈਰਾ, ਪਾਣੀ, ਦੁੱਧ ਵਾਲੀ ਬੋਤਲ, ਮੇਰਾ ਟਾਵਲ ਤੇ ਜਿਮ ਦੀ ਕਿੱਟ ਵਗੈਰਾ, ਉਹ ਸਾਰਾ ਉਹਨਾਂ ਨੇ ਮੇਰੇ ਰੈਡੀ ਕਰਕੇ ਪਹਿਲਾਂ ਰੱਖਣਾ, ਫਿਰ ਮੈਨੂੰ ਦੇਣਾ। ਫਿਰ ਇੱਥੇ ਆਉਣਾ, ਮੈਂ ਆਪਣੇ ਵਰਕਆਊਟ ਕਰਨਾ, ਮੁੰਡੇ ਹੈਗੇ ਆ ਉਹ ਮੇਰੀ ਹੈਲਪ ਕਰਦੇ ਆ ਵਰਕਆਊਟ ਵਗੈਰਾ 'ਚ, ਜੋ ਪਾਣੀ ਪੀਣਾ ਉਹ ਦਿੰਦੇ ਆ। ਫਿਰ ਇਸ ਤੋਂ ਬਾਅਦ ਘਰੇ ਜਾਣਾ, ਫਿਰ ਰੋਟੀ ਪਾਣੀ ਉਹ ਵੀ ਮੈਂ ਆਪ ਨਹੀਂ ਚੱਕ ਸਕਦਾ, ਉਹ ਭੈਣ ਮੇਰੀ ਕਰਦੀ ਹੈ। ਤੇ ਫਿਰ ਬਾਅਦ ਵਿੱਚ ਫਿਰ ਜਿਮ ਦੇਖਣਾ, ਸਾਰਿਆਂ ਨੂੰ ਦੇਖਣਾ, ਉਹ ਸਾਰਾ ਕਾਫੀ ਕਠਿਨਾਈ ਦਾ ਸਾਹਮਣਾ ਕਰਨਾ ਪੈਂਦਾ ਮੈਨੂੰ ਸਾਰੇ ਦਿਨ 'ਚ। ਪਰ ਜ਼ਿੰਦਗੀ ਤੋਂ ਕਦੀ ਕੋਈ ਸ਼ਿਕਾਇਤ ਹੋਈ ਹੈ ਜਾਂ ਪਰਮਾਤਮਾ ਨੇ ਤਾਂ ਇਹ ਚਲੋ ਇਹ ਗਲਤੀ ਤਾਂ ਇਨਸਾਨ ਦੀ ਹੈ, ਇੱਕ ਡਾਕਟਰ ਦੀ ਗਲਤੀ, ਅਸੀਂ ਪਰਮਾਤਮਾ ਨੂੰ ਤਾਂ ਦੋਸ਼ ਦੇ ਹੀ ਨਹੀਂ ਸਕਦੇ। ਹਾਂਜੀ, ਚਲੋ ਜੋ ਹੋਣਾ ਸੀ, ਜੋ ਪਰਮਾਤਮਾ ਨੇ ਕਰਨਾ ਸੀ ਉਹ ਤਾਂ ਕਰਤਾ। ਹੁਣ ਫਿਰ ਮੈਂ ਇਦਾਂ ਨਹੀਂ ਹੈ ਨਾ ਵੀ ਘਰੇ ਬੈਠਾ ਰਹਾਂ ਵੀ ਜੋ ਹੋਇਆ ਮੇਰੇ ਨਾਲ ਗਲਤ ਹੋਇਆ ਵੀ ਇਹੀ ਸੋਚੀ ਜਾਵਾਂ।
ਜਿੰਨੇ ਜੋਗਾ ਹੈਗਾ ਵੀ ਮੈਂ ਆਪਣੇ ਆਪ ਨੂੰ ਕਰਦਾ ਆ ਇਹ ਆਪਣਾ ਨਹੀਂ ਰਸਤਾ ਆਪਣੇ ਆਪ ਨੂੰ ਬਣਾਇਆ। ਹਾਂਜੀ ਆਪਣੇ ਆਪ ਨੂੰ ਇਹ ਨਹੀਂ ਫੀਲ ਹੋਣ ਦਿੰਦਾ ਵੀ ਮੈਂ ਬਾਕੀਆਂ ਤੋਂ ਘੱਟ ਆ ਹਾਂਜੀ ਤੁਸੀਂ ਕਦੇ ਕਿਸੇ ਕੰਪੀਟੀਸ਼ਨਸ ਅਸੀਂ ਦੇਖਦੇ ਰਹਿੰਦੇ ਆ ਹਾਂਜੀ। ਜਿਹੜੇ ਫਿਜ਼ੀਕਲੀ ਚੈਲੰਜ ਹੁੰਦੇ ਨੇ ਉਹ ਵੀ ਕੰਪੀਟੀਸ਼ਨਸ ਵਗੈਰਾ 'ਚ ਜਾਂਦੇ ਨੇ ਬੋਡੀ ਬਿਲਡਿੰਗ ਨੂੰ ਲੈ ਕੇ ਹਾਂਜੀ। ਜਾਂ ਤੁਸੀਂ ਉਹਦੇ ਵਿੱਚ ਨਹੀਂ ਕਦੀ try ਨਹੀਂ ਮੈਮ ਉਹ ਮੈਂ ਟਰਾਈ ਤਾਂ ਨਹੀਂ ਕਰਦਾ ਪਿਆ ਉਸ ਦੇ ਵਿੱਚ ਭਾਰ ਚੱਕਣਾ ਜਾਂ ਕੁਝ ਜ਼ਿਆਦਾ ਕਰਨਾ ਪੈਂਦਾ ਤੇ ਉਹ ਡਾਕਟਰ ਨੇ ਮੈਨੂੰ ਮਨਾ ਕੀਤਾ ਹੋਇਆ ਹੈ ਵੀ ਤੁਹਾਡੀ ਬੈਕਬੋਨ ਜਿਹੜੀ ਹੈ ਬਹੁਤ ਕਮਜ਼ੋਰ ਆ ਤੇ ਉਸ ਦੇ ਲਈ ਤੈਨੂੰ ਜ਼ਿਆਦਾ weight ਨਹੀਂ ਚੱਕ ਸਕਦਾ ਤੂੰ। ਮਾਈ ਜਦੋਂ ਜਿਮ ਦੇ ਵਿੱਚ ਇੱਕ ਨਵਾਂ ਬੰਦਾ ਦਾਖਲਾ ਲੈਣ ਆਉਂਦਾ ਹੈ ਤਾਂ ਉਹ ਤੁਹਾਨੂੰ ਦੇਖ ਕੇ ਡੋਲ ਨਹੀਂ ਜਾਂਦਾ ਉਹਦਾ ਡਿਸੀਜਨ ਕਿ ਇਹ ਵਿਅਕਤੀ ਮੈਨੂੰ ਕਿੱਦਾਂ ਟ੍ਰੇਨਿੰਗ ਦੇਗਾ ਜਿਹੜਾ ਮਤਲਬ ਇਹਨੂੰ ਕੀ ਪਤਾ ਕਿ ਇੱਕ ਫਿਟ ਬੰਦੇ ਨੂੰ ਟ੍ਰੇਨਿੰਗ ਕਿੱਦਾਂ ਦੇਣੀ ਹੈ। ਹਾਂਜੀ ਨਹੀਂ ਇਹ ਤਾਂ ਤੁਸੀਂ ਗਲਤ ਕਹਿ ਰਹੇ ਹੋ ਜਿੱਦਾਂ ਮੈਂ ਜੇ ਕੋਈ ਆਂਦਾ ਆ ਤਾਂ ਉਹ ਮੈਨੂੰ ਦੇਖ ਕੇ ਪਹਿਲਾਂ ਤਾਂ ਇੰਸਪਾਇਰ ਬਹੁਤ ਹੋ ਰਿਹਾ ਵੀ ਤੂੰ ਭਾਜੀ ਪਹਿਲਾਂ ਤਾਂ ਮੈਨੂੰ ਚੇਅਰ ਤੇ ਬੈਠੇ ਨੂੰ ਦੇਖਦੇ ਆ ਵੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਤੁਰਦਾ ਨਹੀਂ ਜਦੋਂ ਜਦੋਂ ਉੱਠ ਕੇ ਜਦੋਂ ਆਉਂਦੇ ਦੇਖਦੇ ਆ ਜੀ ਜਦੋਂ ਮੈਨੂੰ ਦੇਖਦੇ ਆ ਫਿਰ ਉਹ ਜ਼ਿਆਦਾ ਇੰਪ੍ਰੈਸ ਹੁੰਦੇ ਆ ਵੀ ਭਾਜੀ ਤੂੰ ਇਦਾਂ ਹੋ ਕੇ ਤੂੰ ਇੰਨੀ ਵਧੀਆ ਬੋਡੀ ਬਣਾ ਲਈ ਆ ਵੀ ਅਸੀਂ ਤਾਂ ਫਿਰ ਹੱਟੇ ਕੱਟੇ ਹਾਂਜੀ ਅਸੀਂ ਤਾਂ ਫਿਰ ਇਦਾਂ ਹੈਗੇ ਆ ਵੀ ਅਸੀਂ ਵਧੀਆ ਕਰਾਂਗੇ ਤੇ ਸਾਨੂੰ ਤੁਸੀਂ ਕਰਾਓਗੇ ਤੇ ਜਾਨੀ ਕਿ ਪ੍ਰੋਪਰ ਮੇਰੇ ਨਾਲ ਹੈਲਪ ਵੀ ਕਰਦੇ ਮੇਰੀ ਉਹ ਤੇ ਮੇਰੀ ਗਾਈਡੈਂਸ ਦੇ ਵਿੱਚ ਹੀ ਰਹਿੰਦੇ ਆ ਠੀਕ ਹੈ ਹਾਂਜੀ। ਸਪੈਸ਼ਲੀ ਐਕਸਰਸਾਈਜ਼ ਲਗਾਉਣ ਵੇਲੇ ਤੁਹਾਡੀ ਸਲਾਹ ਮੰਗਦੇ ਨੇ। ਹਾਂਜੀ ਸਪੈਸ਼ਲ ਹੁਣ ਕਈ ਹੈਗੇ ਆ ਉਹ ਜਿੱਦਾਂ ਮੈਂ ਹਰ ਇੱਕ ਜ਼ਿਆਦਾ ਘੁੰਮ ਫਿਰ ਨਹੀਂ ਸਕਦਾ ਅੰਦਰ ਪਰ ਉਹਨਾਂ ਨੂੰ ਇਹੀ ਹੁੰਦਾ ਵੀ ਭਾਜੀ ਤੁਸੀਂ ਬੈਂਚ ਤੇ ਬੈਠ ਜਾਓ ਤੇ ਸਾਨੂੰ ਦੱਸੀ ਜਾਓ ਗਾਈਡ ਕਰੀ ਜਾਓ ਅਸੀਂ ਬੈਠ ਕੇ ਆਪੇ ਨੇ ਆਪ ਲਗਾ ਲਵਾਂਗੇ ਹਾਂਜੀ ਚੰਗੇ ਲੋਕ ਵੀ ਹੈਗੇ ਨੇ ਜੀ। ਹਾਂਜੀ ਚੰਗੇ ਲੋਕ ਵੀ ਹੈਗੇ ਮਾਹੌਲ ਉਡਾਉਣ ਵਾਲੇ ਵੀ ਬੜੇ ਮਖੌਲ ਉਡਾਉਣ ਵਾਲੇ ਵੀ ਹੈਗੇ ਆ ਵੀ ਕੀ ਤੁਰ ਨਹੀਂ ਹੁੰਦਾ ਇਦਾਂ ਕਰਦਾ ਆ ਉਦਾਂ ਕਰਦਾ ਬਹੁਤ ਇਦਾਂ ਦੀਆਂ ਗੱਲਾਂ ਪਹਿਲਾਂ ਮੈਨੂੰ ਬਹੁਤ ਸੁਣਨ ਨੂੰ ਮਿਲੀਆਂ ਵੀ ਭਾਜੀ ਉਹ ਤੈਨੂੰ ਇਦਾਂ ਕਹਿ ਰਹੇ ਆ ਇਦਾਂ ਕਹਿ ਰਹੇ ਆ ਤੇ ਚਲੋ ਜਿਨ੍ਹਾਂ ਨੇ ਕਹਿਣਾ ਉਹ ਕਹੀ ਜਾਣਗੇ ਠੀਕ ਨੇ ਜੇ ਇਹਨਾਂ ਦੀ ਪਰਵਾਹ ਕਰਾਂ ਫਿਰ ਤਾਂ ਮੈਂ ਘਰੇ ਬੈਠਾ ਰਹੂੰਗਾ ਵੀ ਨਹੀਂ ਮੈਨੂੰ ਇਦਾਂ ਕਹਿ ਰਹੇ ਇਦਾਂ ਕਹਿ ਰਹੇ ਉਹਨਾਂ ਨੂੰ ਇਗਨੋਰ ਕਰਕੇ ਮੈਂ ਫਿਰ ਵੀ ਆਪਣੇ ਇੱਥੇ ਤੱਕ ਪਹੁੰਚਿਆ ਕਾਫੀ ਮੁੰਡੇ ਤਿਆਰ ਕੀਤੇ ਆ ਮੈਂ ਜਿਮ ਦੇ ਵਿੱਚ ਕਾਫੀਆਂ ਦੀ ਫਿਜ਼ਿਕ ਚੇਂਜ ਕੀਤੀ ਆ ਮੈਨੂੰ ਆਪਣੇ ਆਪ ਤੇ ਪ੍ਰਾਊਡ ਆ। ਬੜੇ ਨੌਜਵਾਨਾਂ ਨੂੰ ਇਦਾਂ ਲੱਗਦਾ ਕਿ ਸਾਡੇ ਦੇਸ਼ ਦੇ ਵਿੱਚ ਕੋਈ ਸਕੋਪ ਨਹੀਂ ਹੈਗਾ ਖਾਸ ਤੌਰ ਤੇ ਇੱਕ ਅਜਿਹਾ ਵਿਅਕਤੀ ਜੋ ਫਿਜ਼ੀਕਲੀ ਚੈਲੰਜਡ ਹੈ ਤਾਂ ਉਹ ਹਾਂਜੀ। ਵਿਦੇਸ਼ਾਂ ਦਾ ਰੁਖ ਕਰ ਲੈਂਦੇ ਨੇ। ਤੁਹਾਡੇ ਜ਼ਿਹਨ ਦੇ ਵਿੱਚ ਨਹੀਂ ਕਦੀ ਇਦਾਂ ਆਇਆ? ਨਹੀਂ ਮੈਮ ਇਦਾਂ ਦਾ ਤਾਂ ਨਹੀਂ ਫਿਜ਼ਿਕ ਬਾਹਰ ਜਾ ਕੇ ਤਾਂ ਤੁਸੀਂ ਦੇਖ ਲਓ ਵੀ ਮੈਂ ਕੰਮ ਕਿਸ ਤਰ੍ਹਾਂ ਕਰੂੰਗਾ ਕਿ ਇੱਥੇ ਵਧੀਆ ਆ ਮੇਰਾ ਆਪਣਾ ਕੰਮ ਜਿੰਨੇ ਜੋਗਾ ਰੋਟੀ ਪਾਣੀ ਮੇਰਾ ਚੱਲੀ ਜਾਂਦਾ ਵਧੀਆ ਇੱਥੇ ਆਪਣੇ ਆਪ ਇੱਥੇ ਤਾਂ ਤੱਕ ਨਹੀਂ ਅੱਡਣੇ ਪੈਂਦੇ, ਹਾਂਜੀ ਬੜੀ ਹੱਥ ਵੱਡੀ ਨਹੀਂ ਗੱਲ ਅੱਡਣੇ ਪੈਂਦੇ ਕਿਸੇ ਮੂਹਰੇ ਆਪਣੇ ਆਪ ਮੈਂ ਕਰ ਰਿਹਾ ਜੋ ਵੀ ਕਰ ਰਿਹਾ ਜਿੰਨਾ ਵੀ ਕਮਾ ਰਿਹਾ ਵਧੀਆ ਕਮਾ ਰਿਹਾ ਆਪਣੇ ਲਈ। ਕਿੰਨੇ ਲੋਕ ਇੱਥੇ ਆਉਂਦੇ ਨੇ ਟ੍ਰੇਨਿੰਗ ਦੇ ਲਈ? ਮੇਰੇ ਕੋਲ ਮੈਮ 100 ਦੇ ਕਰੀਬ ਬੱਚਾ ਆ ਜਾਂਦਾ ਹੈ। 100 ਬੱਚਾ ਰੋਜ਼ ਦਾ? ਹਾਂਜੀ ਦਾ ਮਾਰਨਿੰਗ ਤੇ ਈਵਨਿੰਗ ਦਾ ਦੋਨਾਂ ਟਾਈਮ ਦਾ ਹਾਂਜੀ। ਇਹ ਮੈਨੇਜ ਇਕੱਲਾ ਕਰਨਾ ਸੌਖਾ ਹੈ? ਨਹੀਂ ਮੈਮ ਮੈਂ 2 ਟ੍ਰੇਨਰ ਵੀ ਰੱਖੇ ਹੋਏ ਨੇ ਇੱਥੇ ਥੋੜੇ ਜੋ ਮੈਂ ਟ੍ਰੇਨਿੰਗ ਦਿੰਦਾ ਬਾਕੀਆਂ ਨੂੰ ਇਹ ਟ੍ਰੇਨਿੰਗ ਦਿੰਦੇ ਆ ਹਾਂਜੀ। ਇਸੇ ਇੰਡਸਟਰੀ ਦੇ ਵਿੱਚ ਫਿਟਨੈਸ ਇੰਡਸਟਰੀ ਦੇ ਵਿੱਚ ਕੈਰੀ ਫਾਰਵਰਡ ਕਰਨ ਦਾ ਸੋਚਿਆ? ਨਹੀਂ ਮੈਮ ਹੁਣ ਜਿੱਦਾਂ ਮੈਂ ਬੱਚੇ ਤਿਆਰ ਕਰੂੰਗਾ ਜੋ ਅੱਗੇ ਜਾ ਕੇ ਆਪਣਾ ਨਾਮ ਰੋਸ਼ਨ ਕਰਨਗੇ ਹਾਂਜੀ। ਹੋਏ ਨੇ ਕੋਈ ਬੱਚੇ ਇਦਾਂ ਤਿਆਰ ਜਿਨ੍ਹਾਂ ਨੇ? ਹਾਂਜੀ ਮੈਂ ਕਈਆਂ ਦੀ ਫਿਜ਼ਿਕ ਚੇਂਜ ਕੀਤੀ ਹੋਈ ਹੈ ਸਕੂਲ ਦੇ ਸੀਗੇ ਬੰਟੀ ਸੀ ਇੱਕ ਜਲੰਧਰ ਲੈਵਲ ਤੇ ਖੇਡ ਕੇ ਆਇਆ ਮੈਡਲ ਲੈ ਕੇ ਆਇਆ ਸੀਗਾ ਵਧੀਆ ਬੱਚੇ ਹੈਗੇ ਆ ਮੇਰੇ ਕੋਲ ਆਉਂਦੇ ਉਹਨਾਂ ਦੀ ਫਿਜ਼ਿਕ ਕਾਫੀ ਚੇਂਜ ਕੀਤੀ ਹੋਈ ਹੈ ਮੈਂ ਮੇਰੇ ਅੰਦਰ ਸਕਰੀਨ ਚੱਲਦੀ ਹੈ ਉਹਦੇ ਵਿੱਚ ਦਿਖ ਰਿਹਾ ਸਾਰਿਆਂ ਦਾ ਵੀ ਜਿਨ੍ਹਾਂ ਨੂੰ ਚੇਂਜ ਕੀਤਾ ਮੈਂ ਕਾਫੀ weight ਲੂਜ਼ ਕਰਾਏ ਆ ਕਈਆਂ ਦੇ weight gain ਕਰਾਏ ਆ ਕਾਫੀ ਬੱਚੇ ਹੈਗੇ ਆ। ਭਾਈ ਤੁਸੀਂ ਸਟੀਰੋਇਡਸ ਲਏ ਨੇ? ਤੁਸੀਂ ਕਦੇ ਟੀਕਾ ਲਵਾਇਆ ਹੋਇਆ ਜਾਂ ਤੁਸੀਂ ਕਦੀ ਗਲਤੀ ਦੇ ਨਾਲ ਰਾਹ ਭਟਕ ਗਏ ਹੋ ਤੇ ਉਸ ਤੋਂ ਬਾਅਦ ਫਿਰ ਤੁਸੀਂ ਸਿੱਧੇ ਰਾਹ ਪੈ ਗਏ? ਮੈਮ ਜਦੋਂ ਅਸੀਂ ਬੱਚੇ ਸੀਗੇ ਉਸ ਟਾਈਮ ਸਾਨੂੰ ਨਹੀਂ ਪਤਾ ਸੀਗਾ ਵੀ ਕੀ ਚੀਜ਼ ਆ ਇਹ ਜਿਮ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਵਾਂ ਵੀ ਮੈਂ 3 ਸਾਲ ਆਪਣੇ ਘਰੇ ਐਕਸਰਸਾਈਜ਼ ਲਗਾਈ ਹੋਈ ਹੈ ਤੇ ਘਰੇ ਲਗਾਉਂਦਾ ਰਿਹਾ ਉਸ ਤੋਂ ਬਾਅਦ ਜਿਮ ਆਏ ਸਾਨੂੰ ਪਤਾ ਹੀ ਨਹੀਂ ਸੀ ਵੀ ਕੀ ਚੀਜ਼ ਆ ਕੀ ਨਹੀਂ ਤੇ ਉਸ ਤੋਂ ਬਾਅਦ ਜਿੱਥੇ ਪਹਿਲਾਂ ਲਾਉਂਦੇ ਰਹੇ ਉਹਨਾਂ ਨੇ ਯੂਜ਼ ਕਰਵਾਇਆ ਸਾਨੂੰ ਪਤਾ ਨਹੀਂ ਸੀ ਕੀ ਚੀਜ਼ ਹੈ ਇਹ। ਉਸ ਤੋਂ ਬਾਅਦ ਮੇਰੀਆਂ ਹੱਡੀਆਂ ਦਰਦ ਕਰਨ ਲੱਗ ਪਈਆਂ ਜਿੱਦਾਂ ਮੇਰੀ ਵੀਕ ਪਹਿਲੇ ਹੀ ਸੀਗੀ ਬੈਕਬੋਨ ਤਾਂ ਕਰਕੇ ਫਿਰ ਮੈਂ ਜਦੋਂ ਪਤਾ ਕਰਾਇਆ ਉਹ ਕਹਿੰਦੇ ਤੈਨੂੰ ਸਟੀਰੋਇਡ ਦਿੱਤੇ ਹੋਏ ਆ ਤੇ ਉਸ ਤੋਂ ਬਾਅਦ ਜਾਨੀ ਕਿ ਅੱਜ 8 ਸਾਲ ਹੋ ਗਏ 8 ਸਾਲ ਹੋ ਗਏ ਮੈਂ ਯੂਜ਼ ਨਹੀਂ ਕੀਤਾ ਇਦਾਂ ਦਾ ਕੁਝ। ਸਟੀਰੋਇਡ ਦੇਣ ਵਾਲੇ ਨੂੰ ਜਾਂ ਨੌਜਵਾਨਾਂ ਨੂੰ ਗਲਤ ਰਾਹ ਪਾਉਣ ਵਾਲੇ ਨੂੰ ਕੀ ਸਕੂਨ ਮਿਲ ਜਾਂਦਾ ਹੈ ਕਿਸੇ ਦੀ ਸਰੀਰ ਨੂੰ ਖਰਾਬ ਕਰਕੇ ਕਿਸੇ ਮਾਂ ਦੇ ਪੁੱਤ ਨੂੰ ਇਸ ਤਰ੍ਹਾਂ ਖਰਾਬ ਕਰਕੇ? ਉਹ ਦੇਖੋ ਜੀ ਉਹ ਗਲਤ ਗੱਲ ਆ ਕਿਸੇ ਨੂੰ ਨਹੀਂ ਦੇਣਾ ਚਾਹੀਦਾ ਜਿੱਦਾਂ ਕੋਈ ਫਰੈਸ਼ ਬੱਚਾ ਆਇਆ ਉਹਨੂੰ ਤਾਂ ਪਤਾ ਹੀ ਨਹੀਂ ਵੀ ਅਸੀਂ ਜਿਮ ਔਰ ਕੀ ਆ ਉਹਨਾਂ ਨੇ ਬਸ ਇੱਕ ਦੇਖਣਾ ਮਸ਼ੀਨਾਂ ਹੈਗੀਆਂ ਜਿਮ ਲਾਉਣਾ ਬਸ ਹੌਲੀ ਹੌਲੀ ਜੇ ਅਸੀਂ ਉਹਨਾਂ ਨੂੰ ਗਲਤ ਚੀਜ਼ ਦੇਵਾਂਗੇ ਤੇ ਉਹ ਸਾਡੇ ਲਈ ਵੀ ਗਾਂਹ ਜਾ ਕੇ ਸਾਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਰੱਬ ਦੇਖਦਾ ਹੀ ਆ ਵੀ ਆਪਾਂ ਨੂੰ ਕੋਈ ਉਹਦਾ ਨੁਕਸਾਨ ਝੱਲਣਾ ਹੀ ਪਏਗਾ। ਤੁਹਾਡਾ ਸੁਪਨਾ ਕੀ ਹੋਣਾ ਸੀ ਮਾਹੀ ਜੇ ਪੋਲੀਓ ਨਾ ਹੁੰਦਾ ਤੇ ਮਾਹੀ ਕੀ ਬਣਨਾ ਚਾਹੁੰਦਾ ਸੀ? ਮੈਂ ਇੱਕ ਪ੍ਰੋਫੈਸ਼ਨਲ ਬੋਡੀ ਬਿਲਡਰ ਬਣਨਾ ਚਾਹੁੰਦਾ ਸੀਗਾ। ਉਹ ਤਾਂ ਹੁਣ ਵੀ ਹੈਗੇ। ਹੁਣ ਜਿੱਦਾਂ ਮੈਂ ਪ੍ਰੋਪਰ ਨਹੀਂ ਐਕਸਰਸਾਈਜ਼ ਲਗਾ ਰਿਹਾ ਮੈਂ ਖੜ ਕੇ ਨਹੀਂ ਲਗਾ ਰਿਹਾ ਕੋਈ ਵੀ ਐਕਸਰਸਾਈਜ਼ ਤਾਂ ਮੇਰੇ ਕੋਲ ਪ੍ਰੋਪਰ ਨਹੀਂ ਲੱਗਦੀ ਬੈਠ ਕੇ ਤੁਸੀਂ ਨਹੀਂ ਲਗਾ ਸਕਦੇ ਤਾਂ ਪ੍ਰੋਪਰ ਨਹੀਂ ਲਗਾ ਸਕਦੇ ਕੋਈ weight ਨਹੀਂ ਜ਼ਿਆਦਾ ਚੱਕ ਸਕਦੇ ਬੈਠ ਕੇ ਜਿੰਨਾ ਚਿਰ ਆਪਣੀਆਂ ਲੱਤਾਂ ਨਹੀਂ ਆਪਣੇ ਨਾਲ ਆਪਾਂ ਖੜ ਕੇ ਨਹੀਂ ਲਗਾ ਸਕਦੇ ਕੋਈ ਐਕਸਰਸਾਈਜ਼ ਪ੍ਰੋਪਰ ਨਹੀਂ ਲੱਗਦੀ। ਪਰ ਤੁਸੀਂ ਬੜੇ ਲੋਕਾਂ ਨੂੰ ਅੱਜ ਸੇਧ ਦੋਗੇ ਬੜੇ ਲੋਕਾਂ ਲਈ ਅੱਜ ਬੜੀ ਹਾਂਜੀ। ਵੱਡੀ ਮਿਸਾਲ ਉਹਨਾਂ ਨੂੰ ਮਿਲੇਗੀ ਕਿ ਤੁਸੀਂ ਇਸ ਹਾਲਤ ਦੇ ਵਿੱਚ ਵੀ ਹਿੰਮਤ ਨਹੀਂ ਹਾਰੀ ਤੁਸੀਂ ਇਸ ਹਾਲਤ ਦੇ ਵਿੱਚ ਵੀ ਦੂਜਿਆਂ ਨੂੰ ਸਿਖਾ ਰਹੇ ਹੋ ਦੂਜਿਆਂ ਨੂੰ ਮਿਸਾਲ ਦੇ ਰਹੇ ਹੋ। ਹਾਂਜੀ
ਮੈਂ ਤਾਂ ਸਾਰਿਆਂ ਨੂੰ ਇਹੀ ਗੱਲ ਕਹੂੰਗਾ ਵੀ ਪੂਰੇ ਆਪਣੇ ਰੁਟੀਨ ਦੇ ਵਿੱਚੋਂ ਇੱਕ ਦਿਨ, ਸਾਰੇ ਦਿਨ ਦੇ ਵਿੱਚੋਂ 1 ਘੰਟਾ ਤਾਂ ਜ਼ਰੂਰ ਕੱਢੋ ਆਪਣੀ ਬੋਡੀ ਲਈ, ਆਪਣੀ ਸਿਹਤ ਲਈ, ਤੇ ਤੁਸੀਂ ਫਿੱਟ ਰਹੋ। ਤੇ ਨਸ਼ਿਆਂ ਤੋਂ ਦੂਰ ਰਹਿਣਾ ਬਹੁਤ ਲਾਜ਼ਮੀ ਹੈ। ਸੁਨੇਹਾ ਵੀ ਜੇਕਰ ਹਾਂਜੀ। ਇੱਕ ਫਿਟਨੈਸ ਇੰਡਸਟਰੀ ਦੇ ਨਾਲ ਜੁੜਾ ਵਿਅਕਤੀ ਦੇ ਦੇਗਾ ਕਿ ਬਿਨਾਂ ਨਸ਼ਿਆਂ ਤੋਂ ਮੈਂ ਵੀ ਆਪਣੀ ਬੋਡੀ ਬਣਾਈ ਹੈ, ਬਾਕੀ ਵੀ ਬਣਾ ਸਕਦਾ। ਬਸ ਮੈਂ ਤਾਂ ਨਵੇਂ ਬੱਚਿਆਂ ਨੂੰ ਇਹੀ ਕਹਿਣਾ ਚਾਹੂੰਗਾ ਵੀ ਆਪਣੀ ਗਲਤ ਸੰਗਤ ਛੱਡ ਦਿਓ ਤੇ ਆਪਣਾ ਫਿਜ਼ਿਕ ਸੈੱਟ ਕਰੋ, ਵਧੀਆ ਰਹੋ, ਖਾਓ ਪੀਓ, ਜੰਕ ਫੂਡ ਤੋਂ ਅਵੋਇਡ ਕਰੋ, ਵਧੀਆ ਖਾਓ ਪੀਓ, ਆਪਣਾ ਵਰਕਆਊਟ ਕਰੋ। ਚਲੋ ਜਿਮ ਨਹੀਂ ਆ ਸਕਦੇ ਤੁਸੀਂ, ਆਪਣਾ ਘਰੇ ਵਰਕਆਊਟ ਕਰੋ, ਪੁਸ਼ਅਪ ਵਗੈਰਾ, ਰਨਿੰਗ ਵਗੈਰਾ ਕਰੋ, ਆਪਣਾ ਸਰੀਰ ਜਿਹੜਾ ਉਹ ਫਿੱਟ ਰੱਖੋ। ਮੈਂ ਹੈਂਡੀਕੈਪ ਪੈਨਸ਼ਨ ਸਰਕਾਰ ਦਿੰਦੀ ਹੈ, ਤੁਹਾਨੂੰ ਮਿਲੀ ਹੈ ਕਦੀ ਜਾਂ ਤੁਸੀਂ ਕਦੀ ਕੀਤਾ? ਹਾਂਜੀ ਮੈਮ, ਪੈਨਸ਼ਨ ਮੈਨੂੰ ਲੱਗੀ ਹੋਈ ਹੈ, ਪਰ ਉਹ ਵੀ ਕਦੇ ਮਿਲਦੀ ਹੈ ਕਦੇ ਨਹੀਂ। ਪਹਿਲਾਂ 250 ਸੀਗੀ, ਫਿਰ ਹੁਣ ਸ਼ਾਇਦ 700 ਆ। ਹਾਂਜੀ, ਉਹ ਵੀ ਕਦੇ ਆ ਜਾਂਦੀ ਆ, ਕਦੇ ਨਹੀਂ ਆਉਂਦੀ ਪ੍ਰੋਪਰ। ਹੁਣ ਤੁਸੀਂ ਮੇਰੀ ਡਾਈਟ ਹੀ ਦੇਖ ਲਈ ਆ ਵੀ ਮੈਂ ਇੰਨਾ ਕੁਝ ਖਾਣਾ, ਇੱਕ ਦਿਨ ਦਾ ਹੀ 250 700 ਦੇ ਵਿੱਚ ਕੀ ਬਣਦਾ ਆ, ਜਿਹੜੀ ਮਹੀਨੇ ਬਾਅਦ ਮਿਲਦੀ ਆ। ਹਾਂਜੀ, ਮਹੀਨੇ ਬਾਅਦ ਮਿਲਦੀ ਆ, ਤੇ ਮਹੀਨੇ ਦੀ ਡਾਈਟ ਕਿੱਥੋਂ ਹੋ ਜਾਊਗੀ 700 ਦੇ ਵਿੱਚ, ਕਿੱਥੋਂ ਆ ਜਾਊਗੀ? ਉਹ ਵੀ ਹਰ ਮਹੀਨੇ ਨਹੀਂ ਮਿਲਦੀ। ਹਾਂਜੀ, ਹਰ ਮਹੀਨੇ ਨਹੀਂ ਮਿਲਦੀ ਹੈਗੀ। ਇਹ ਹਾਲ ਹੈ ਸਾਡੀ ਸਰਕਾਰਾਂ ਦੇ। ਸਰਕਾਰ ਦਾ ਬਹੁਤ ਮਾੜਾ ਹਾਲ ਆ ਜੀ, ਸੋਚਣਾ ਚਾਹੀਦਾ ਸਪੋਰਟਸਮੈਨ ਵਗੈਰੇ। ਹੁਣ ਮੈਂ ਜਿਮ ਆਪਣੇ ਖੁਦ ਚਲਾਇਆ, ਖੁਦ ਕੀਤਾ, ਸਾਰਾ ਕੁਝ ਆਪਣੇ ਆਪ ਕੀਤਾ, ਕਿਸੇ ਨੇ ਹੈਲਪ ਨਹੀਂ ਕੀਤੀ, ਕਿਸੇ ਸਰਕਾਰ ਨੇ ਨਹੀਂ, ਕੁਝ ਨਹੀਂ ਕਿਸੇ ਨੇ ਸੋਚਿਆ ਇਦਾਂ ਦਾ। ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਖੇਡਾਂ ਦੇ ਨਾਲ ਜੁੜੇ ਜਿਹੜੇ ਪਲੇਅਰਸ ਹੁੰਦੇ ਨੇ, ਬੜੇ ਸਾਰੇ ਪਲੇਅਰਸ ਪੰਜਾਬ ਛੱਡ ਕੇ ਹਰਿਆਣਾ ਵੱਲੋਂ ਖੇਡਦੇ ਨੇ। ਹਾਂਜੀ, ਹਰਿਆਣਾ ਦੇ ਵਿੱਚ ਮੈਮ ਤੁਸੀਂ ਦੇਖ ਸਕਦੇ ਹੋ ਵੀ ਸਰਕਾਰ ਬਹੁਤ ਸਪੋਰਟ ਕਰ ਰਹੀ ਹੈ ਸਪੋਰਟਸਮੈਨ ਨੂੰ, ਪਰ ਪੰਜਾਬ ਦੇ ਵਿੱਚ ਨਹੀਂ। ਪੰਜਾਬ ਦੇ ਵਿੱਚ ਕੋਈ ਵੀ ਬਾਹ ਨਹੀਂ ਫੜਦਾ ਆਪਣੇ ਸਪੋਰਟਸਮੈਨ ਦੀ, ਤਾਂ ਹੀ ਇਹ ਕਰਕੇ ਹਰਿਆਣਾ ਵੱਲ ਜ਼ਿਆਦਾ ਜਾ ਰਹੇ ਆ। ਠੀਕ ਹੈ, ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ, ਬਹੁਤ ਚੰਗਾ ਲੱਗਿਆ ਅੱਜ ਤੁਹਾਡੇ ਨਾਲ ਮੁਲਾਕਾਤ ਕਰਕੇ। ਤਾਂ ਮਾਹੀ ਮੱਲ, ਤੁਸੀਂ ਤਸਵੀਰਾਂ ਦੇਖੀਆਂ ਨੇ ਇਹਨਾਂ ਦੇ ਵਰਕਆਊਟ ਕਰਨ ਦੀਆਂ, ਤਾਂ ਉਹਨਾਂ ਲੋਕਾਂ ਦੇ ਲਈ ਅੱਜ ਬੜੀ ਵੱਡੀ ਸੇਧ ਵਜੋਂ ਮਾਹੀ ਸਾਹਮਣੇ ਆਏ ਨੇ, ਜਿਹੜੇ ਲੋਕ ਤੰਦਰੁਸਤ ਹੋ ਕੇ ਵੀ ਆਪਣੇ ਸਰੀਰ ਨੂੰ ਕਿਸ ਤਰ੍ਹਾਂ ਗਾਲ ਰਹੇ ਨੇ। ਆਪਣੇ ਸਰੀਰ ਨੂੰ ਸਿਰਫ ਅੱਧਾ ਘੰਟਾ ਜਾਂ 1 ਘੰਟਾ ਵੀ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ, ਆਪਣੀ ਸਿਹਤ ਨੂੰ ਚੰਗਾ ਬਣਾਉਣ ਦੇ ਲਈ ਨਹੀਂ ਕੱਢ ਰਹੇ। ਪਰ ਇਹਨੂੰ ਕਹਿੰਦੇ ਨੇ ਕਿ ਨੋ ਐਕਸਕਿਊਜ਼ਸ, ਕਿਸੇ ਵੀ ਤਰ੍ਹਾਂ ਦਾ ਕੋਈ ਐਕਸਕਿਊਜ਼ ਨਹੀਂ। ਜੇਕਰ ਕੁਝ ਕਰਕੇ ਦਿਖਾਉਣਾ ਹੈ, ਲੋਕਾਂ ਦੇ ਲਈ ਮਿਸਾਲ ਬਣਨਾ ਹੈ, ਜੇਕਰ ਇਤਿਹਾਸ ਬਣਨਾ ਹੈ, ਇਤਿਹਾਸ ਰਚਨਾ ਹੈ, ਤਾਂ ਅਜਿਹਾ ਕੁਝ ਕਰਨਾ ਪਏਗਾ ਜਿਸ ਤਰ੍ਹਾਂ ਮਾਹੀ ਮੱਲ ਨੇ ਕੀਤਾ। ਅੱਜ ਆਪਣਾ ਜਿਮ ਚਲਾ ਰਹੇ ਨੇ, ਕਿਸੇ ਤੇ ਵੀ ਡਿਪੈਂਡ ਨਹੀਂ, ਆਪਣੇ ਆਪ ਤੇ ਡਿਪੈਂਡ ਨਹੀਂ, ਕਿਸੇ ਤੇ ਵੀ ਨਿਰਭਰ ਨਹੀਂ ਹਨ। ਤਾਂ ਬਹੁਤ ਸਾਰੇ ਲੋਕ ਅੱਜ ਇਹਨਾਂ ਤੋਂ ਸਿੱਖਣਗੇ। ਅਸੀਂ ਉਮੀਦ ਕਰਦੇ ਹਾਂ ਕਿ ਇਹ ਪੇਸ਼ਕਸ਼ ਤੁਹਾਨੂੰ ਪਸੰਦ ਆਈ ਹੋਵੇਗੀ। ਕੈਮਰਾਮੈਨ ਪਰਵਿੰਦਰ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਫਿਲੌਰ।